हाँ जी। सो साਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਆਪਣੇ ਇਸ YouTube ਚੈਨਲ ਸੰਤਵੀਰ ਸਰ ਤੇ। ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਆਪਣੀ ਜੋ ਟੈਸਟ ਸੀਰੀਜ਼ ਚੱਲ ਰਹੀ ਹੈ ਉਹਦੇ ਵਿੱਚ ਜਿਹੜਾ ਆਪਣਾ ਟੈਸਟ ਉਹਨਾਂ ਦੀ ਵਿਆਖਿਆ ਕਰ ਰਹੇ ਹਾਂ ਜੀ, ਹੈ ਨਾ। ਸੋ ਉਹਦੇ ਨਾਲ ਨਾਲ ਮੈਨੂੰ ਉਮੀਦ ਹੈ ਵੀ ਤੁਹਾਡੇ ਕਾਫੀ ਸਾਰੇ ਕਨਸੈਪਟ ਹੈ ਜਿਹੜੇ ਉਹ ਕਲੀਅਰ ਹੁੰਦੇ ਹੋਣਗੇ, ਹੈ ਨਾ। ਸੋ ਇਹ ਇਸੇ ਉਮੀਦ ਨੂੰ ਲੈ ਕੇ ਮੈਂ ਚੱਲਣਾ ਤੇ ਤੁਸੀਂ ਵੀ ਉਮੀਦ ਹੀ ਰੱਖਣੀ ਆ ਭਾਈ। ਜ਼ਿਆਦਾ ਡਾਵਾਡੋਲ ਨਹੀਂ ਹੋਣਾ ਗਾ, ਜ਼ਿਆਦਾ ਨੈਗੇਟਿਵ ਨਹੀਂ ਜਾਣਾ ਗਾ ਕਿਉਂਕਿ ਹੁਣ ਇਹ ਸਮਾਂ ਜਿਹੜਾ ਉਹ ਟੈਸਟ ਸੀਰੀਜ਼ ਦਾ ਮਾਡਲ ਪੇਪਰ ਦਾ, ਹੈ ਨਾ, ਉਹ ਉਸ ਸਥਿਤੀ ਦੇ ਵਿੱਚ ਤੁਸੀਂ ਕੋਈ ਨਾ ਕੋਈ ਟੈਸਟ ਸੀਰੀਜ਼, ਕੋਈ ਨਾ ਕੋਈ ਮਾਡਲ ਪੇਪਰ, ਹੈ ਨਾ, ਜਿਵੇਂ ਤੁਸੀਂ ਲੈ ਰੱਖਿਆ ਹੋਊਗਾ। ਹੋ ਸਕਦਾ ਤੁਹਾਡੇ ਪ੍ਰਸ਼ਨ ਆ ਜਿਹੜੇ ਜੋ ਤੁਸੀਂ ਕਰਦੇ ਹੋਵੋ ਗਲਤ ਹੁੰਦੇ ਹੋਣ, ਤਾਂ ਇਹ ਥੋੜ੍ਹੀਆਂ ਚੀਜ਼ਾਂ ਆਪਾਂ ਨੈਗੇਟਿਵ ਲੈ ਜਾਂਦੇ ਹਾਂ ਥੋੜ੍ਹਾ ਜਿਹਾ, ਹੈ ਨਾ। ਇਸ ਚੀਜ਼ ਤੋਂ ਨੈਗੇਟਿਵ ਅਪਰੋਚ ਤੋਂ ਬਚਣਾ ਤੁਸੀਂ ਬਈ, ਥੋੜ੍ਹਾ ਜਿਹਾ ਧਿਆਨ ਰੱਖਣਾ, ਆਪਣੇ ਆਪ ਨੂੰ ਪੋਜ਼ੀਟਿਵ ਰੱਖਣਾ, ਥਿਓਰੀ ਪੜ੍ਹਦੇ ਰਹਿਣਾ। ਇਹਨਾਂ ਦਿਨਾਂ ਦੇ ਵਿੱਚ ਮੈਨੂੰ ਕਾਫੀ ਇਹ ਗੱਲ ਮਹਿਸੂਸ ਹੋਈ ਕਿ ਥਿਓਰੀ ਪੜ੍ਹਨੀ ਜ਼ਰੂਰੀ ਹੈ। ਪੇਪਰ ਸੀਗਾ, ਐਗਜ਼ਾਮ ਸੀਗਾ, ਉਹਦੇ 'ਚ ਡਿਊਟੀ ਲੱਗੀ ਸੀਗੀ, 2 ਦਿਨ ਹੋ ਗਏ। ਸੋ ਅੱਜ ਥੋੜ੍ਹਾ ਟਾਈਮ ਮਿਲਿਆ, ਚਲੋ ਮੈਂ ਕਿਹਾ ਤੁਹਾਡੇ ਨਾਲ ਟਾਈਮ ਬਿਤਾ ਲਈਏ, ਹੈ ਨਾ। ਅਤੇ ਨਾਲੇ ਤੁਹਾਡੇ ਕੋਈ ਕੰਸੈਪਟ ਹੈ, ਕੋਈ ਮਾੜੇ ਮੋਟੇ ਕੋਈ ਸਮੱਸਿਆ ਹੈ ਤੁਹਾਡੀ ਕੋਈ, ਉਹ ਸੋਲਵ ਕਰ ਦਈਏ, ਹੈ ਨਾ। ਸੋ ਕਰਦੇ ਹਾਂ ਸ਼ੁਰੂ। ਮੈਂ ਐਪ ਦੇ ਵਿੱਚ ਵੀ ਦੇਖ ਰਿਹਾ ਸੀਗਾ ਸਟੂਡੈਂਟ ਦੇ ਪ੍ਰਸ਼ਨ, ਹੈ ਨਾ, ਭਾਂਤ ਦੇ ਪ੍ਰਸ਼ਨ ਆ ਰਹੇ ਆ। ਸੋ ਗੱਲ ਕਰਦੇ ਆ। ਸਭ ਤੋਂ ਪਹਿਲਾਂ ਆਪਾਂ ਕੋਈ 2-4 ਪ੍ਰਸ਼ਨ ਦੇਖੀਏ, ਵਿੱਚ ਨਾਲ ਤੁਹਾਨੂੰ ਮੈਂ ਜ਼ਰੂਰੀ ਗੱਲਾਂ ਦੱਸਦਾ ਜਾਊਂਗਾ, ਐਂਟਰਟੇਨਮੈਂਟ ਵੀ ਕਰਾਵਾਂਗੇ ਤੁਹਾਡਾ ਨਾਲ, ਹੈ ਨਾ। ਹਾਂ, ਸੋ ਪਹਿਲਾ ਪ੍ਰਸ਼ਨ ਹੈ ਜਿਹੜਾ ਤੁਹਾਡੀ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ, ਜਿਹੜਾ ਹੈ ਅਖਬਾਰ ਸ਼ਬਦ ਹੈ, ਇਹ ਕੀ ਹੈ ਜੀ? ਪੁਲਿੰਗ ਹੈ, ਇਸਤਰੀ ਲਿੰਗ ਹੈ, ਦੋਨੋਂ ਹੈ, ਜਾਂ ਨਪੁੰਸਕ ਲਿੰਗ ਹੈ? ਲਓ ਹੁਣ ਤੁਹਾਡਾ ਇੱਕ ਬਹੁਤ ਵੱਡਾ ਕੰਸੈਪਟ ਕਲੀਅਰ ਕਰਨਾ। ਮੈਂ ਐਪ ਦੇ ਵਿੱਚ ਮੈਂ ਮੈਸੇਜ ਦੇਖ ਰਿਹਾ ਸੀ, ਫਿਰ ਸਟੂਡੈਂਟ ਨੇ ਮੈਨੂੰ, ਕਈਆਂ ਨੇ ਮੈਸੇਜ ਕੀਤਾ, ਕਿਸੇ ਨੇ ਟੈਲੀਗ੍ਰਾਮ 'ਤੇ, ਕਿਸੇ ਨੇ ਵਿਚਾਰੇ ਨੇ ਵਟਸਐਪ 'ਤੇ ਕੀਤਾ, ਸਰ ਜੀ ਇਹ ਸਮੱਸਿਆ ਹੱਲ ਕਰੋ। ਹਾਂ, ਜਿਵੇਂ ਸੀਗਾ ਕਿ ਖਿੱਦੋ ਵਾਲਾ, ਹੈ ਨਾ, ਸ਼ਬਦ ਚੱਲ ਰਿਹਾ ਸੀ, ਖਿੱਦੋ ਸ਼ਬਦ, ਖਿੱਦੋ ਪੁਲਿੰਗ। ਹਾਂ, ਇੱਕ ਸਟੂਡੈਂਟ ਨੇ ਬਿਲਕੁਲ ਸਹੀ ਦੱਸਿਆ ਸੀਗਾ, ਪੂਰਾ ਦੱਸਤਾ ਵੀ ਮਾਲਵੇ ਦੇ ਵਿੱਚ ਖਿੱਦੋ ਇਸਤਰੀ ਲਿੰਗ ਦੇ ਵਿੱਚ ਹੁੰਦਾ, ਮਾਝੇ ਦੇ ਵਿੱਚ ਪੁਲਿੰਗ 'ਚ ਹੁੰਦਾ। ਅਤੇ ਆਪਣੇ ਜਿਹੜੀ ਟਕਸਾਲੀ ਭਾਸ਼ਾ ਉਹ ਮਾਝੀ ਭਾਸ਼ਾ ਨੂੰ, ਮਾਝੀ ਉਪਬੋਲੀ ਨੂੰ ਆਧਾਰ ਬਣਾਇਆ ਗਿਆ। ਇਸ ਕਰਕੇ ਜੋ ਮਾਝੀ ਭਾਸ਼ਾ ਦੇ ਵਿੱਚ ਮਤਲਬ ਰੱਖਿਆ ਜਾਂਦਾ ਉਹਨੂੰ ਮਤਲਬ ਮੰਨਿਆ ਜਾਂਦਾ ਜ਼ਿਆਦਾਤਰ। ਨਾਲੇ ਇੱਕ ਹੋਰ ਵੀ ਰੂਲ ਹੈ, ਜਿਵੇਂ ਡਾਕਟਰ ਗਰੀਅਰਸਨ ਹੈ ਜਿਹੜਾ, ਉਹ ਇਹ ਗੱਲ ਕਹਿੰਦਾ ਵੀ ਪੰਜਾਬੀ ਭਾਸ਼ਾ ਦੇ ਵਿੱਚ ਮਰਦਾਵੇਂ ਲੱਛਣ ਹੈ। ਕਹਿੰਦਾ ਪੰਜਾਬੀ ਭਾਸ਼ਾ ਦੇ ਜਿਹੜਾ ਲਿੰਗ ਦਾ ਜਿਹੜਾ ਝੁਕਾਅ ਹੈ, ਜੈਂਡਰ ਦਾ ਜਿਹੜਾ ਝੁਕਾਅ ਹੈ, ਉਹ ਮਰਦਾਊਪਣੇ ਵੱਲ ਜ਼ਿਆਦਾ ਹੈ, ਉਹ ਮੇਲ ਪਰਸਨ ਵੱਲ ਜ਼ਿਆਦਾ ਹੈ ਨਾ। ਇਸ ਕਰਕੇ ਪੰਜਾਬੀ ਨੂੰ ਉਸਨੇ ਮਰਦਾਵੀ ਬੋਲੀ ਕਿਹਾ, ਮਰਦਾਵੀ ਭਾਸ਼ਾ ਕਿਹਾ। ਵੀ ਇਹਦਾ ਮਤਲਬ ਕੀ ਹੈ? ਵੀ ਜਿਵੇਂ ਜਿਹੜੇ ਅਸਲ ਦੇ ਵਿੱਚ ਰੂਲ ਇਹ ਹੈ ਵੀ ਜਿਹੜੇ ਜੈਂਡਰ ਸ਼ਬਦ ਦੇ ਵਿੱਚ ਤੁਹਾਨੂੰ ਲੱਗੇ ਵੀ ਬਈ ਇਹਨੂੰ ਮੈਨੂੰ ਧਿਆਨ ਨਹੀਂ ਆ ਰਿਹਾ ਵੀ ਇਹ ਕਿੱਥੇ ਰੱਖਣਾ, ਇਹਨੂੰ ਪੁਲਿੰਗ 'ਚ ਕਿ ਇਸਤਰੀ ਲਿੰਗ 'ਚ, ਉਹ ਪੁਲਿੰਗ ਦੇ ਵਿੱਚ ਜਾਂਦਾ ਹੁੰਦਾ। ਕਹਿਣ ਦਾ ਮਤਲਬ ਇਹ ਹੈ, ਥਿਓਰੀ ਸਾਡੇ ਜਿਹੜੇ ਵਿਆਕਰਨਕਾਰ ਹੈ, ਸਾਡੇ ਜਿਹੜੇ ਭਾਸ਼ਾ ਵਿਗਿਆਨੀ ਹੈ, ਉਹਨਾਂ ਦਾ ਇਹ ਗੱਲ ਕਹਿਣੀ ਹੈ। ਉਹ ਕਹਿੰਦੇ ਜੀ ਜਦੋਂ ਕਿਸੇ 'ਚ ਆਪਾਂ ਨੂੰ ਪਤਾ ਨਾ ਲੱਗੇ ਵੀ ਉਹ ਜਦੋਂ ਆਪਾਂ ਬੋਲੀਏ ਉਹ ਪੁਲਿੰਗ ਰੂਪ 'ਚ ਵੀ ਬੋਲਿਆ ਜਾਵੇ, ਇਸਤਰੀ ਲਿੰਗ 'ਚ ਵੀ ਬੋਲਿਆ ਜਾਵੇ, ਤਾਂ ਆਪਾਂ ਉਸ ਨੂੰ ਪੁਲਿੰਗ ਰੂਪ ਮੰਨਣਾ ਵੀ ਇਹ ਪੁਲਿੰਗ ਹੈ ਜੀ, ਠੀਕ ਹੈ। ਇਵੇਂ ਅਖਬਾਰ ਸ਼ਬਦ ਹੈ, ਜਿਵੇਂ ਘਰ ਦੇ ਵਿੱਚ ਆਪਾਂ ਬੋਲਦੇ ਹਾਂ ਅਖਬਾਰ ਆ ਗਈ, ਅਖਬਾਰ ਆ ਗਿਆ। ਆ ਗਿਆ ਸ਼ਬਦ ਤੋਂ ਪਤਾ ਲੱਗਦਾ ਵੀ ਅਖਬਾਰ ਪੁਲਿੰਗ ਹੈ, ਆ ਗਈ ਸ਼ਬਦ ਤੋਂ ਪਤਾ ਲੱਗ ਰਿਹਾ ਵੀ ਅਖਬਾਰ ਇਸਤਰੀ ਲਿੰਗ ਹੈ। ਲਓ ਵੀ ਸਿਆਪਾ ਪੈ ਗਿਆ। ਤਾਂ ਆਹ ਦੇਖੋ ਜਿਵੇਂ ਦੇ ਰੱਖੇ, ਮੈਂ ਤਾਂ ਦੋਨੋਂ ਆਪਸ਼ਨ ਦੇ ਵਿੱਚ ਦੋਨੋਂ ਵੀ ਦਿੱਤਾ। ਹੁਣ ਜੇ ਆਪਾਂ ਬੋਲ ਕੇ ਦੇਖੀਏ ਵੀ ਅਖਬਾਰ ਆ ਗਿਆ, ਇਹ ਤਾਂ ਬਣਦਾ ਜੀ ਪੁਲਿੰਗ ਬਣ ਗਿਆ। ਅਖਬਾਰ ਆ ਗਈ ਮਤਲਬ ਇਸਤਰੀ ਲਿੰਗ ਵੀ ਬਣ ਗਿਆ ਇਹ ਤਾਂ, ਹੈ ਨਾ। ਅਤੇ ਇਹਦਾ ਮਤਲਬ ਜੀ ਉੱਤਰ ਦੋਨੋਂ ਹੋਊਗਾ ਨਾ? ਬਿਲਕੁਲ ਨਹੀਂ ਹੋਊਗਾ, ਜਾਂ ਤਾਂ ਪੁਲਿੰਗ ਹੋਊਗਾ ਜਾਂ ਇਸਤਰੀ ਲਿੰਗ ਹੋਊਗਾ। ਸੋ ਇਹਦੇ ਵਿੱਚ ਅਖਬਾਰ ਸ਼ਬਦ ਹੈ ਜਿਹੜਾ, ਇਹਨੂੰ ਜਦੋਂ ਪੁਲਿੰਗ ਇਸਤਰੀ ਲਿੰਗ ਦੇ ਵਿੱਚ ਪਤਾ ਨਾ ਲੱਗੇ ਵੀ ਕਿੱਚ ਰੱਖਣਾ ਤੁਸੀਂ, ਉਦੋਂ ਉਸ ਨੂੰ ਪੁਲਿੰਗ ਰੱਖਣਾ ਚਾਹੀਦਾ ਹੈ, ਠੀਕ ਹੈ। ਹਾਂ, ਵੈਸੇ ਵੀ ਮਾਲਵੇ ਦੇ ਲੋਕ ਹੈ ਜਿਹੜੇ, ਮਲਵਈ ਭਾਸ਼ਾ ਬੋਲਣ ਵਾਲੇ ਆ ਜਿਹੜੇ, ਉਹਨਾਂ ਦਾ ਝੁਕਾਅ ਇਸਤਰੀ ਲਿੰਗ ਵੱਲ ਥੋੜ੍ਹਾ ਜਿਹਾ ਜ਼ਿਆਦਾ ਹੈ। ਅਤੇ ਜਿਹੜੇ ਮਾਝੇ ਦੇ ਲੋਕ ਹੈ ਉਹ ਉਹਨਾਂ ਦਾ ਝੁਕਾਅ ਜਿਹੜਾ ਪੁਲਿੰਗ ਵੱਲ ਜ਼ਿਆਦਾ। ਇਸ ਤਰ੍ਹਾਂ ਸ਼ਬਦ ਹੈ ਜਿਹੜਾ ਖਿੱਦੋ, ਇਹ ਤੁਹਾਡਾ ਸ਼ਬਦ ਹੈ ਜਿਹੜਾ ਖਿੱਦੋ, ਇਹ ਪ੍ਰਸ਼ਨ ਆਇਆ ਹੋਇਆ 2nd ਗ੍ਰੇਡ ਦੇ ਵਿੱਚ, ਅਤੇ ਇਹਦਾ ਸਹੀ ਉੱਤਰ ਹੈ ਜਿਹੜਾ ਉਹ ਪੁਲਿੰਗ ਮੰਨਿਆ ਗਿਆ ਸੀ ਵੀ ਖਿੱਦੋ ਹੈ ਜਿਹੜਾ ਇਹ ਬਈ ਪੁਲਿੰਗ ਹੈ।
ਪੁਲਿੰਗ ਇਸਤਰੀਲਿੰਗ ਦੋਨੇ ਨਹੀਂ ਗੇ। ਕਿਉਂ? ਕਿਉਂਕਿ ਮਾਝੇ ਭਾਸ਼ਾ, ਮਾਝੇ ਦੀ ਜਿਹੜੀ ਭਾਸ਼ਾ ਹੈ, ਮਾਝੇ ਦੀ ਜਿਹੜੀ ਉਪ ਬੋਲੀ ਹੈ, ਉਹਦੇ ਵਿੱਚ ਖਿੱਦੋ ਨੂੰ ਪੁਲਿੰਗ ਦੇ ਵਿੱਚ ਰੱਖਿਆ ਜਾਂਦਾ ਹੈ। ਖਿੱਦੋ ਗੇਂਦ ਨੂੰ ਕਿਹਾ ਜਾਂਦਾ, ਬਾਲ ਨੂੰ। ਹੁਣ ਮਾਲਵੇ ਦੇ ਲੋਕ ਆ ਜਿਹੜੇ, ਉਹ ਇਹਨੂੰ ਖਿੱਦੋ ਨੂੰ ਇਸਤਰੀਲਿੰਗ ਦੇ ਵਿੱਚ ਰੱਖਦੇ ਆ। ਪਰ ਮਲਵਈ ਜਿਹੜੀ ਉਪਬੋਲੀ ਹੈ ਉਹ ਟਕਸਾਲੀ ਭਾਸ਼ਾ 'ਤੇ ਆਧਾਰਿਤ ਨਹੀਂ ਗੀ। ਕੋਈ ਇੱਕ ਉਪਬੋਲੀ ਹੈ ਜਿਹਨੂੰ ਕੀ ਆ ਵੀ ਮਤਲਬ ਟਕਸਾਲੀ ਭਾਸ਼ਾ ਦੇ ਇੱਕ ਰੂਪ ਵਜੋਂ ਗ੍ਰਹਿਣ ਕੀਤਾ ਗਿਆ ਵੀ ਆਪਾਂ ਚਲੋ ਇਹਨੂੰ ਆਧਾਰ ਬਣਾ ਲਈਏ ਜੀ, ਇਹ ਸਾਡੀ ਉਪਬੋਲੀ ਹੈ ਜਿਹੜੀ, ਉਹਨੂੰ ਆਪਾਂ ਟਕਸਾਲੀ ਭਾਸ਼ਾ ਦਾ ਇੱਕ ਆਧਾਰ ਬਣਾਉਣਾ ਹੈ ਵੀ ਆਹ ਸਾਡੀ ਹੈ ਜੀ। ਉਹ ਤਾਂ ਮਾਝੀ ਹੈ, ਅਤੇ ਮਾਝੀ ਦੇ ਵਿੱਚ ਮੰਨ ਲਓ ਪੁਲਿੰਗ ਹੈ ਖਿੱਦੋ, ਤਾਂ ਇਹ ਸਹੀ ਉੱਤਰ ਹੈ ਜਿਹੜਾ, ਇਹ ਪੁਲਿੰਗ ਮੰਨਿਆ ਜਾਊਗਾ। ਸਹੀ ਉੱਤਰ ਮੰਨਿਆ ਵੀ RPSC ਨੇ, ਖਿੱਦੋ ਨੂੰ ਪੁਲਿੰਗ ਹੀ ਮੰਨਿਆ ਉਹਨਾਂ ਨੇ। ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਗੱਲ। ਖਿੱਦੋ ਹੈ ਜਿਹੜਾ ਇਹ ਪੁਲਿੰਗ ਹੈ। ਬੋਲਣ ਵੇਲੇ ਮਲਵਈ ਲੋਕ ਹੈ ਜਿਹੜੇ ਉਹ ਕਹਿਣਗੇ ਵੀ ਮੈਂ ਖਿੱਦੋ ਲਿਆਂਦੀ, ਮੈਂ ਖਿੱਦੋ ਲਿਆਂਦੀ, ਮਤਲਬ ਇਸਤਰੀਲਿੰਗ ਹੋ ਗਈ। ਮਾਲਵੇ ਦੇ ਲੋਕ ਕਹਿਣਗੇ ਮੈਂ ਖਿੱਦੋ ਲਿਆਂਦਾ, ਮਾਝੇ ਦੇ ਲੋਕ ਹੈ ਜਿਹੜੇ ਖਿੱਦੋ ਲਿਆਂਦਾ, ਮਤਲਬ ਕੀ ਹੈ ਵੀ ਖਿੱਦੋ ਨੂੰ ਪੁਲਿੰਗ ਦੇ ਵਿੱਚ ਰੱਖਣਗੇ। ਮਾਝੇ ਦੇ ਲੋਕ ਹੈ ਜਿਹੜੇ, ਇਸ ਕਰਕੇ ਖਿੱਦੋ ਨੂੰ ਪੁਲਿੰਗ ਰੂਪ ਮੰਨਿਆ ਜਾਂਦਾ। ਇਸੇ ਤਰ੍ਹਾਂ ਹੀ ਅਖਬਾਰ ਸ਼ਬਦ ਹੋ ਗਿਆ, ਅਖਬਾਰ ਪੁਲਿੰਗ ਹੈ ਬਾਈ। ਇਸੇ ਤਰ੍ਹਾਂ ਹੀ ਸ਼ਬਦ ਹੈ ਦਹੀਂ। ਮੈਂ ਦਹੀਂ ਖਾਧੀ, ਮੈਂ ਦਹੀਂ ਖਾਧਾ। ਜਦੋਂ ਤਾਂ ਦਹੀਂ ਖਾਧਾ ਫਿਰ ਤਾਂ ਦਹੀਂ ਹੋ ਗਿਆ ਪੁਲਿੰਗ, ਅਤੇ ਜਦੋਂ ਦਹੀਂ ਖਾਧੀ ਫਿਰ ਹੋ ਗਿਆ ਇਸਤਰੀਲਿੰਗ। ਲਓ ਫਿਰ ਸਿਆਪਾ ਪੈ ਗਿਆ। ਇਸ ਸਥਿਤੀ ਦੇ ਵਿੱਚ ਫਿਰ ਮਾਝੇ ਦੀ ਉਪਬੋਲੀ ਦੇ ਵਿੱਚ, ਮਾਝੀ ਭਾਸ਼ਾ ਦੇ ਵਿੱਚ ਕਿੱਥੇ ਰੱਖਿਆ ਜਾਂਦਾ ਇਹਨੂੰ, ਪੁਲਿੰਗ ਨੂੰ, ਇਹਨੂੰ ਦਹੀਂ ਨੂੰ। ਮਾਝੀ ਭਾਸ਼ਾ ਦੇ ਵਿੱਚ ਦਹੀਂ ਹੈ ਜਿਹੜਾ, ਉਹਨੂੰ ਪੁਲਿੰਗ। ਜੇ ਆਪਾਂ ਕਹਿੰਦੇ ਹਾਂ ਨਾ ਮੈਂ ਦਹੀਂ ਖਾ ਲਿਆ, ਤਾਂ ਇਹ ਮਾਝੇ ਦੇ ਲੋਕ ਬੋਲਦੇ ਆ। ਮਾਲਵੇ ਦੇ ਲੋਕ ਕਹਿਣਗੇ ਮੈਂ ਦਹੀਂ ਖਾ ਲਈ, ਮਤਲਬ ਮਾਲਵੇ ਦੇ ਲੋਕ ਇਸਤਰੀਲਿੰਗ ਬਣਾ ਦੇਣਗੇ ਦਹੀਂ ਨੂੰ, ਮਾਝੇ ਦੇ ਲੋਕ ਪੁਲਿੰਗ ਬਣਾ ਦੇਣਗੇ। ਇਸ ਕਰਕੇ ਸਹੀ ਉੱਤਰ ਹੈ ਜਿਹੜਾ ਉਹ ਦਹੀਂ ਦਾ ਪੁਲਿੰਗ ਹੈ ਬਾਈ। ਠੀਕ ਹੈ, 3 ਸ਼ਬਦ ਪੁਲਿੰਗ, ਅਖਬਾਰ, ਖਿੱਦੋ, ਇਹ ਤਿੰਨੋਂ ਦੇ ਤਿੰਨੋਂ ਪੁਲਿੰਗ ਰੂਪ ਹੈ। ਧਿਆਨ ਦੇ ਵਿੱਚ ਰੱਖਣੇ ਆ ਤੁਸੀਂ, ਕਿਸੇ ਵੀ ਹਾਲਤ ਵਿੱਚ ਪ੍ਰਸ਼ਨ ਗਲਤ ਨਹੀਂ ਹੋਣਾ ਚਾਹੀਦਾ। ਥਿਓਰੀ, ਇਹਦੇ ਪਿੱਛੇ ਕੰਸੈਪਟ ਕੀ ਹੈ, ਤੁਹਾਨੂੰ ਗੱਲਾਂ ਦੱਸਦੀਆਂ। ਇੱਕ ਤਾਂ ਹੈਗੀ ਆ ਮਾਝੀ ਉਪਬੋਲੀ, ਦੂਜਾ ਰੂਲ, ਇੱਕ ਰੂਲ ਜਿਹੜਾ ਸਾਡੇ ਭਾਸ਼ਾ ਵਿਗਿਆਨੀਆਂ ਨੇ ਤੈਅ ਕੀਤਾ ਵੀ ਜਦੋਂ ਤੁਹਾਨੂੰ ਪਤਾ ਨਾ ਲੱਗੇ ਵੀ ਇਹ ਪੁਲਿੰਗ ਹੈ ਕਿ ਇਸਤਰੀਲਿੰਗ ਹੈ, ਉਦੋਂ ਜਦੋਂ ਜਿਹਦੇ ਵਿੱਚ ਚੱਕਰ ਪੈ ਗਿਆ ਵੀ ਇਹ ਪੁਲਿੰਗ ਇਸਤਰੀਲਿੰਗ ਇਸ ਤਰ੍ਹਾਂ ਹੋਣ ਲੱਗ ਜੇ, ਤਾਂ ਫਿਰ ਭਾਈ ਪੁਲਿੰਗ ਵਾਲਾ ਆਪਸ਼ਨ ਹੈ ਜਿਹੜਾ ਇਹ ਤੁਸੀਂ ਸਹੀ ਕਰਨਾ ਹੈ, ਪੁਲਿੰਗ ਵਾਲਾ। ਠੀਕ ਹੈ ਬਾਈ। ਹੁਣ ਇਹਦੇ ਵਿੱਚ ਅਖਬਾਰ ਸ਼ਬਦ ਹੈ ਜਿਹੜਾ ਇਹ ਪੁਲਿੰਗ ਹੈ। ਇਹ ਗੱਲਾਂ ਯਾਦ ਰੱਖਿਓ। ਠੀਕ ਹੈ। ਅਗਲਾ ਪ੍ਰਸ਼ਨ ਆਪਾਂ ਦੇਖਦੇ ਹਾਂ ਇੱਕ ਹੋਰ, ਗਾਇਕ ਦਾ ਇਸਤਰੀਲਿੰਗ ਹੈ। ਆ ਦੇਖੋ ਕਿੱਡਾ ਕਿਆ ਪ੍ਰਸ਼ਨ ਹੈ ਨਾ। ਆ ਜਿਵੇਂ ਗਾਇਕ, ਸ਼ਾਇਰ, ਇਹਨਾਂ ਦੇ ਇਸਤਰੀਲਿੰਗ ਆ ਜਿਹੜੇ, ਇਹ ਥੋੜ੍ਹੇ ਜਿਹੇ ਔਖੇ ਲੱਗਦੇ ਆਪਾਂ ਨੂੰ। ਹਾਲਾਂਕਿ ਪਤਾ ਹੈ ਆਪਾਂ ਨੂੰ, ਗਾਇਕ ਦਾ ਆਪਾਂ ਕਰ ਦਾਂਗੇ ਗਾਇਕਾ, ਸ਼ਾਇਰ ਦਾ ਕਰ ਦਾਂਗੇ ਸ਼ਾਇਰਾ, ਅਤੇ ਪਰ ਜਦੋਂ ਆਪਸ਼ਨ ਪਏ ਹੁੰਦੇ ਆ ਅਤੇ ਉੱਤੋਂ ਮਾਹੌਲ ਹੈ ਜਿਹੜਾ ਉਹ ਹੋਵੇ ਐਗਜ਼ਾਮ ਹਾਲ ਵਾਲਾ, ਅਤੇ ਉਦੋਂ ਬਾਈ ਜਿਹੜਾ ਟੈਨਸ਼ਨ ਜਿਹੜੀ ਹੁੰਦੀ ਹੈ ਨਾ ਮੁੰਨਾ, ਉਹ ਟੈਨਸ਼ਨ ਹੈ ਜਿਹੜੀ ਉਹ ਬੜੀ ਖਤਰਨਾਕ ਹੁੰਦੀ ਹੈ। ਇਸ ਕਰਕੇ ਆ ਦੇਖ ਲਓ ਆਪਸ਼ਨ 'ਚ ਦੇਖੋ, ਗਾਇਕ ਦਾ ਇਸਤਰੀਲਿੰਗ ਕੀ ਹੈ, ਗਾਇਕੀ, ਗਾਇਕ ਯਈਏ ਨਾਲ, ਗਾਇਕਾ ਜਾਂ ਗਾਇਕਾ। ਠੀਕ ਹੈ ਬਾਈ। ਇਹਦੇ ਨਾਲ ਤੁਹਾਡਾ ਜਿਹੜਾ ਸ਼ੁੱਧ ਅਸ਼ੁੱਧ ਸ਼ਬਦਾਂ ਵਾਲਾ ਜਿਹੜਾ ਉਹ ਵੀ ਤੁਸੀਂ ਧਿਆਨ 'ਚ ਰੱਖ ਲੈਣਾ। ਇਸ ਤਰ੍ਹਾਂ ਦਾ ਪ੍ਰਸ਼ਨ ਅਗਰ ਪਾਉਣਾ ਹੋਵੇ ਤਾਂ ਆਹ ਚੀਜ਼ ਐਗਜ਼ਾਮੀਨਰ ਕਰ ਸਕਦਾ। ਐਗਜ਼ਾਮੀਨਰ ਦੇ ਕਿਹੜਾ ਹੱਥ ਫੜੇ ਆਪਾਂ, ਜਿਵੇਂ ਮਰਜ਼ੀ ਦੇ ਆਪਸ਼ਨ ਪਾਵੇ, ਮਰਜ਼ੀ ਹੈ ਅਗਲੇ ਦੀ ਬਈ, ਹੈ ਨਾ। ਇਸ ਕਰਕੇ ਗਾਇਕ ਦਾ ਗਾਇਕੀ ਨਾ ਕਰ ਆਇਓ। ਠੀਕ ਹੈ। ਗਾਇਕੀ ਤਾਂ ਹੁੰਦਾ ਕਿਸੇ ਗੀਤ ਨੂੰ ਗਾਉਣ ਦੇ ਵਿਧੀ, ਢੰਗ, ਤਰੀਕਾ। ਇੱਥੇ ਉਹਨੇ ਗਾਇਕ ਦਾ ਪੁੱਛਿਆ ਇਸਤਰੀਲਿੰਗ, ਤੇ ਗਾਇਕ ਦਾ ਆਊਗਾ ਗਾਇਕਾ, ਉਹ ਵੀ ਆ ਜਿਹੜਾ ਆਊਗਾ, ਹਾਂ ਆ ਨਹੀਂ ਆਊਗਾ, ਗਾਇਕਾ ਨਹੀਂ ਆਊਗਾ, ਗਾਇਕਾ। ਠੀਕ ਹੈ ਬਾਈ, ਯਾਦ ਰੱਖਿਓ ਇਸ ਚੀਜ਼ ਨੂੰ। ਉਵੇਂ ਕਰਕੇ ਹੀ ਸ਼ਾਇਰ ਵਾਲਾ, ਆਲਾ ਸ਼ਾਇਰ ਵਾਲਾ ਵੀ ਦੇਖ ਲਓ। ਆ CTET ਦੇ ਵਿੱਚ ਆਇਆ ਹੋਇਆ ਪ੍ਰਸ਼ਨ ਸੀਗਾ, ਸ਼ਾਇਰ ਦਾ ਆਇਆ, ਅਤੇ ਉਹਨੇ ਬਾਈ ਪਹਿਲਾ ਆਪਸ਼ਨ ਪਾਤਾ ਸ਼ਾਇਰੀ, ਤੂੰ ਸ਼ਾਇਰ ਹੈ, ਉਹ ਜਿਹੜੀ ਸ਼ਾਇਰੀ ਪਾਤੀ। ਠੀਕ ਹੈ। ਅਤੇ ਦੂਜਾ ਉਹਨੇ ਪਾਤਾ ਸ਼ਾਇਰਾ। ਆਲ ਲਓ ਵੀ ਇੱਥੇ ਮੇਰੇ ਵਰਗੇ ਭੱਜੇ ਗਏ ਅਤੇ ਜਾ ਕੇ ਪਹਿਲਾ ਆਪਸ਼ਨ ਜਦੋਂ ਪੜ੍ਹਿਆ ਵੀ ਸ਼ਾਇਰ ਦਾ ਸ਼ਾਇਰੀ, ਠੀਕ ਹੈ, ਢੋਲਕ ਦਾ ਢੋਲਕੀ ਅਤੇ ਸ਼ਾਇਰ ਦਾ ਸ਼ਾਇਰੀ, ਦੱਬ ਦੋ ਕਿੱਲੇ, ਸਹੀ ਕਰਕੇ ਆ ਗਏ। ਘਰੇ ਜਾ ਕੇ ਜਦੋਂ ਦੇਖਿਆ ਵੀ ਆਹ ਕੀ ਹੋ ਗਿਆ, ਹਾਏ ਦੂਜਾ ਆਪਸ਼ਨ ਹੀ ਨਹੀਂ ਦੇਖਿਆ ਵੀ ਸ਼ਾਇਰ ਦਾ ਤਾਂ ਸ਼ਾਇਰਾ ਬਣਦਾ ਹੈ, ਗਾਇਕ ਦਾ ਗਾਇਕਾ ਬਣਦਾ। ਠੀਕ ਹੈ ਬਈ, ਇਹ ਯਾਦ ਰੱਖਣਾ ਤੁਸੀਂ। ਸ਼ਾਇਰ ਦਾ ਜਿਹੜਾ ਇਸਤਰੀਲਿੰਗ ਆ ਉਹ ਸ਼ਾਇਰਾ, ਗਾਇਕ ਦਾ ਗਾਇਕੀ ਨਹੀਂ ਗਾਇਕਾ। ਇਸ ਤਰ੍ਹਾਂ ਦੇ ਪ੍ਰਸ਼ਨ ਹੈ ਜਿਹੜੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣੇ। ਲਓ ਇੱਕ ਹੋਰ ਪ੍ਰਸ਼ਨ ਆ ਗਿਆ, ਮਾਸਟਰ ਦਾ ਇਸਤਰੀਲਿੰਗ ਹੈ। ਆ ਵੀ ਜਿਹੜੇ ਤੁਹਾਨੂੰ ਕਨਫਿਊਜ਼ ਕਰਦੇ ਆ ਨਾ, ਉਹ ਪ੍ਰਸ਼ਨ ਤਾਂ ਮੈਂ ਜ਼ਰੂਰ ਪਾਉਣਾ ਹੁੰਦਾ।
पता लग जाए सर मैनू भी स्टूडेंट नूं इत्थे कन्फ्यूजन है। तुहाडा कन्फ्यूजन दूर करने वास्ते तो बैठे, प्रश्न बनाए होने हैं काफ़ी मैं, तो वह हौली हौली मैं करवाता रहूँगा। इनू मैं जल्दी जल्दी हुण निपटाऊँगा। थोड़ी तबीयत अगे नालों ठीक है, मेरा गला वगैरह कुछ ठीक है अगे नालों। 2 दिन ड्यूटी सी CET वाले एग्जाम च, बस आप फ्री हैं थोड़ा जा हुण एक बार फिर। तो इस हफ्ते भरपूर क्लासां तुहानूं मिलणगीਆਂ ते तुसीं आ बई इहदे विचों ना कुछ थ्योरी वालीआं क्लासां भी मैं कुछ तैयार कीतीआं, तो वह भी मेरी कोशिश रहूगी भी नाल लगदियां वह भी है ना हो जाण। कंसैप्ट क्लीयर होने जरूरी है, क्योंकि मैं इन्हां चीज़ां ते विश्वास नहीं करदा गा। इस चीज़ ते नहीं, मेरा पहला प्रायोरिटी मेरी है जिहड़ी वो कंसैप्ट नूं रहिंदी है। स्टूडेंट का अगर कंसैप्ट क्लीयर है ना, हुण जिवें तुहाडा मैं कंसैप्ट क्लीयर करता, हुण तुहाडा पुलिंग स्त्रीलिंग वाला कोई उस तरह का प्रश्न आऊगा वो गलत नहीं होऊगा। बस आही चीज़ है, मैं इसे चीज़ नूं ही कहना हुंदा, ये याद रखनी है तुसी, ठीक है। अगला प्रश्न, मास्टर का स्त्रीलिंग मास्टरनी है या मास्टरानी है या दोनों है, मतलब ए तो बी दोनों है, या मास्टरी। आ देखो ले सारे ही ऑप्शन औखे लगते हैं ना। अगर कोई पहली बार पढ़ता है तो, अगर तुहाडा अभ्यास हो चुका, अगर तुसी पढ़िया होया तो उदों इस स्थिति दे विच आपां नूं कोई दिक्कत नहीं आउंदी। लओ हुण ये है जिहड़ा मास्टर का स्त्रीलिंग जिहड़ा हैगा मास्टर का, ये विच देखो जी एक लिखिया होया, जिवें आपां जे तुसी पंजाब स्कूल सिक्ख्या बोर्ड वाला व्याकरण पढ़ते हो तो उहदे विच दोने दे रखे है ना, मास्टरनी ते मास्टरानी। तो मैं इस करके तो तीजा एक ऑप्शन पाता भी कि दोनों बनते हैं। मास्टर का स्त्रीलिंग जिहड़ा सही उत्तर असल दे विच दोनों बनते हैं। हुण सुनो मास्टर का, देखो हुण तुसी तुहाडा सवाल नाल लगदे यही है, मैं सुन लिया सवाल उदों ही तुहाडे दिमाग दे विच, कोई दिक्कत नहीं। तुसी कहा भी सर जी भी जिवें मान लो मास्टर का स्त्रीलिंग पुछया, उन्हें मास्टरनी भी लिखता तो मास्टरानी भी लिखता, तुसी तो ऑप्शन पाता एक दोनों, उन्हें दोनों नहीं पाए, आ ऑप्शन नहीं उन्हें पाया, ठीक है। उस तो बाद एक होर ऑप्शन पा के एक आ पाता। सर जी फिर असी की करना, फिर तुसी कुछ नहीं करना गा, फिर प्रश्न डिलीट हो जाएगा, ठीक है, समझ गए ना। एक ही ऑप्शन पाना पऊगा एग्जामिनर नूं, दूजा तरीका पुछण दा भी दोनों ऑप्शन दे विच ही उहनूं पाऊगा भी मास्टरनी ते मास्टरानी। हुण सुन लो भी मास्टर दा मास्टरनी कदों बनदा है ते मास्टर दा मास्टरानी कदों बनदा है, ठीक है। एक तो अगर पूछे भी मास्टर दा स्त्रीलिंग तो यह तो हो गया मास्टरनी ते मास्टरानी दोनों। एक होर भी तरीका हुंदा भी मास्टर दे घर वाली, क्योंकि मास्टर मतलब अध्यापक जी नूं तुसीं कह देने, एक मास्टर हो गया तो एक मास्टरनी, अध्यापकावां भी तो बहुत है ना, कल्ले अध्यापक थोड़ो है दुनिया ते, है ना। फीमेल अध्यापक भी बहुत है, अध्यापका जी नूं आपां कहने वो भी बहुत है। इस करके जदों तां मास्टर का स्त्रीलिंग मास्टरानी किया जाए, मास्टरानी का मतलब होंदा है भी मास्टर तो आप अध्यापक हैगा ही हैगा, मास्टरानी भी एक अध्यापिका है। मास्टरानी का मतलब अध्यापिका है, मास्टरानी का मतलब अध्यापिका, अध्यापका, ठीक है। अध्यापक का जिहड़ा अध्यापक का स्त्रीलिंग अध्यापका है ना, हाँ। मास्टरानी का मतलब अध्यापक है, पर मास्टरनी का मतलब है मास्टर के घर वाली। हुण ये जरूरी थोड़ा भी मास्टर के घर वाली मास्टरानी होगी, मास्टर के घर वाली भी अध्यापका होवे ही होवे, मास्टर के घर वाली घरेलू औरत भी तो हो सकती है। इस करके मास्टर का स्त्रीलिंग दोनों मन्निया जाता, मास्टरनी भी ते मास्टरानी भी। आ भी तुसी ध्यान च रखना, अध्यापक का स्त्रीलिंग है अध्यापका, हाँ दोनों समानार्थी है ना, मास्टर अध्यापक है, ठीक है। इस करके भी तुसी ध्यान दे विच रखना भाई। आ मास्टरी ना किते कर एवं लगता है ना, मास्टरी लगता भी है इस तरह कुछ, हाँ ना, एवं शक जे पाने वाले ऑप्शन है, आ नहीं। इहदा सी नंबर ऑप्शन सही आऊगा। मास्टर का स्त्रीलिंग दोनों ही बनते हैं भाई, मास्टरनी भी बनता है तो मास्टरानी भी बनता है। मास्टर का मतलब अध्यापक है तो मास्टरानी मतलब अध्यापक है। उवें ही है जिवें भरा दा, आ देखो भरा दे स्त्रीलिंग दो बन जाते हैं, भरा दा भैन भी बना सकते हैं तुसी, ते भरा दा भरजाई भी बन जाता है। बस ऐ ही समझ लो, एवें ही है ना। भरा दे घर वाली तो होगी भरजाई, तो भरा दा जिहड़ा दूजा कोई स्त्रीलिंग जिहड़ा बनता तो वह भैन, तो भैन तो मतलब कोई भी हो सकती है ना, हाँ। तो भरा दा भरजाई मतलब भरा दे घर वाली है ना, हाँ। एवें मास्टर दा जे मास्टर नहीं है तो मतलब मास्टर के घर वाली है। इत्थे जे मास्टर का स्त्रीलिंग मास्टरानी दिता है तो कोई भी मास्टरानी है, मतलब जिन्नियां भी जिन्नियां अध्यापकां वा, मास्टरानी शब्द है जिहड़ा वो दुनिया ते जिन्नियां भी फीमेल अध्यापक है उन्होंने रिप्रजेंट करता, ठीक है। तो मास्टर नहीं मतलब मास्टर के घर वाली नूं रिप्रजेंट करता। आ भी तुसीं याद रखना है। सही उत्तर है जिहड़ा सी ऑप्शन है दोनों।
अगला प्रश्न है जिहड़ा वो हैगा जी असंगत चुनो। हुणे चुन दिंदे आ जी महाराज, असंगत चुनने वास्ते बैठे हैं। जेठ जेठानी, नाई नैन, ज्ञानी ज्ञानन, धोबी धोबन। हाँ ठीक है, ये तो अच्छा प्रश्न पाया एक मैं, वैसे ही दिमाग च आ गया, मैं इहदा प्रश्न भी पा दईए एक, है ना, जिहदे नाल तुहाडा मतलब तुसीं शुद्ध अशुद्ध वाले चो थोड़ा जिहा फर्क भी कर सको, है ना। ये उस तरह का कुछ, है ना। हुण एवें ध्यान रखना, जेठ दा आ बनदा जेठानी, ठीक है। तुसीं आ नहीं कर देना, मान लो किते जेठ दा जेठनी कीता होवे, किते आ नहीं सही, आ गलत होऊगा। जेठ दा जेठी ऑप्शन ते कर रहा मैं गल, एवें दे नहीं बना देने कुछ भी चक के। जेठ दा जेठानी है तो संगत है, तो सही है बिल्कुल ठीक। नाई दा नैन, ये तो एक बार देखते हैं। ज्ञानी दा ज्ञानन ही बनूंगा, ज्ञानन ना पहला आऊगा न बाद च आऊगा, ज्ञानन ठीक है, ये तो सही है, मतलब ये तो संगत है ठीक है। उस धोबी का धोबन ही बनता है ठीक है, ये भी सही है, तो संगत है। ये असंगत है। नाई का नैन, नैन तो आ तो अखां वाला नैन है, डेले जिहड़े अपने उन्हां वाला है, तो आ नाई का नायन आह बनूंगा, नायन एल ए बनूंगा, आह तुहाडा लिखता ही मैं, आ देख लो हुण तुसीं ठीक है। नाई का नायन आ बनूंगा, आ नहीं बनूंगा नैन, आ तो अखां वाला है, डेले जिहड़े अपने उन्हां वाला है, तो ठीक है। सो 4 नंबर का असंगत चुनो का सही उत्तर है जिहड़ा वो हैगा जी बी नंबर ऑप्शन, ठीक है। यह भी याद रखना तुसीं, एक वधिया प्रश्न है। हाँ हाँ क्या बात है। अगला प्रश्न है जिहड़ा केवल पुलिंग शब्द नहीं है, इहदे विचों वो शब्द चुनना है जिहड़ा केवल पुलिंग नहीं है, क्योंकि बहुत सारे इस तरह के शब्द है जिहड़े केवल पुलिंग है, तो बहुत सारे इस तरह के है जिहड़े केवल स्त्रीलिंग है ना। हुण आ देखो, हरख, नेत्र, लोक, रेत, इहदे विचों हरख, हरख मतलब हर्ष, जिन्हों तुसीं हिंदी दे विच इस तरह लिखते हो हर्ष ठीक है, मतलब खुशी नूं कहा जाता है हरख। तो हरख है जिहड़ा भी मैनू हरख आया ठीक है, मतलब कि आया शब्द तो पता लगता भी ये तो पुलिंग है, मैनू हरख आई नहीं गी, मैनू हरख आया है। सो ये तो भाई केवल पुलिंग शब्द है, क्योंकि हरख तो केवल पुलिंग है, इनू स्त्रीलिंग च नहीं रख सकते, केवल पुलिंग है, ये तो ऑप्शन कट गया। नेत्र, नेत्र शब्द केवल पुलिंग है, नेत्र शब्द है जिहड़ा केवल पुलिंग है, यह ध्यान दे विच रखना। अख शब्द है जिहड़ा ये स्त्रीलिंग है, अख, नेत्र का समानार्थी अख शब्द है जिहड़ा ये स्त्रीलिंग है, पर नेत्र शब्द है जिहड़ा ये पुलिंग है ठीक है। शब्द ध्यान रखना तुसीं, ये तो पुलिंग है भाई, केवल पुलिंग है, नेत्र नूं आपां केवल पुलिंग च रखते हैं, ऑप्शन भी कट गया। अगे लोक, लोक जदों आपां एवें कहने भी लोक जांदे, लोक जांदे, इत्थों पता लगता भी ये तो लोक तो पुलिंग है, तो लोक दे विच भावें जिवें आपां कह दईए भी लोक जांदे है, तो लोक जांदे, लोकां दे विच भावें बुढ़ियां भी जांदियां होण, वो तां भी लोक शब्द है जिहड़ा वो केवल पुलिंग नूं प्रजेंट करूगा। लोक, लोक जांदियां हन नहीं हुंदा, लोक जांदे हन, मतलब उहदे विच पुलिंग स्त्रीलिंग दोने आ जाणगे, पर लोक शब्द है जिहड़ा ये केवल पुलिंग नूं रिप्रजेंट करदा है, भी याद रखना तुसीं, इहदे विचली थ्योरी भी। अगला शब्द है रेत, रेत शब्द है जिहड़ा ये पुलिंग शब्द नहीं गा, रेत है जिहड़ा ये रेत शब्द है जिहड़ा ये स्त्रीलिंग है भाई, केवल स्त्रीलिंग शब्द है, इस करके आ ऑप्शन है जिहड़ा तुहाडा सही है ठीक है, भी याद रखना तुसीं। अगला प्रश्न देखते हैं, पंजाबी भाषा के मरदावे लक्षणों नूं निर्धारित करता है, दसो जी पंजाबी भाषा के मरदावे लक्षणों नूं कौन निर्धारित करता है, पुलिंग करता है, स्त्रीलिंग करता है, दोनों करते हैं या कोई नहीं। सो यह भी एक थ्योरी दे विचों चक्या होया प्रश्न है। असल दे विच असली गल यह है भी पंजाबी भाषा के मरदावे लक्षणों, मरदावे लक्षणों, मरदावे मरद पुलिंग ठीक है भाई, पुलिंग ही करूगा जी निर्धारित, पुलिंग रूप करूगा, स्त्रीलिंग रूप नहीं ठीक है, इस करके सही उत्तर है जिहड़ा पुलिंग आऊगा, यह भी याद रखना तुसीं। अगला प्रश्न है वचन नूं लैके है, असंगत वचन चुनो, इन्हां दे विचों असंगत वचन किहड़ा ये चुनना है तुसीं। ऑप्शन देख लो, तैनू, तुहानू, मैं, सानू, मेरा, साडा, तेरा, तुहाडा, इहदे विचों असंगत आ जिहड़ा इहदे विचों सही नहीं गा, एक वचन बहुवचन बनाया गया। तैनू, तुहानू ये तो बनता सही है, तैनू एक वचन है, तुहानू आपां बहुवचन वास्ते ही चुनते हैं ठीक है, ये तो हो गया सही, तैनू तुहानू ठीक है। तो उस तो बाद मैं, सानू ये देखते हैं, मेरा ते साडा सही है, ये तो ठीक है, मेरा एक वचन है, साडा बहुवचन है, तेरा एक वचन है, तुहाडा शब्द बहुवचन है, ये तो तिन्ने संगत है। आ जिहड़ा मैं दा जिहड़ा बहुवचन है
ਉਹ ਸਾਨੂੰ ਨਹੀਂ ਹੁੰਦਾ, ਮੈਂ ਦਾ ਬਹੁਵਚਨ ਅਸੀਂ ਹੁੰਦਾ ਹੈ। ਮੈਂ ਦਾ ਅਸੀਂ, ਸਾਨੂੰ ਹੈ ਜਿਹੜਾ ਉਹ ਬਹੁਵਚਨ ਕਿਹਦਾ ਹੈ? ਮੈਨੂੰ ਦਾ। ਮੈਨੂੰ, ਆ ਤੁਸੀਂ ਯਾਦ ਰੱਖ ਲੈਣੇ ਆ ਬਾਈ, ਮੈਨੂੰ ਦਾ ਬਹੁਵਚਨ ਹੈ ਸਾਨੂੰ, ਮੈਂ ਦਾ ਨਹੀਂਗਾ, ਮੈਂ ਦਾ ਅਸੀਂ ਹੈ। ਠੀਕ ਹੈ, ਸੋ ਅਸੰਗਤ ਵਚਨ ਆ ਹੈ ਬਾਈ, ਇਹ ਵੀ ਤੁਸੀਂ ਨਾਲ ਲੱਗਦੇ ਹੋ ਵੀ ਯਾਦ ਰੱਖਣੇ ਆ ਤੁਸੀਂ ਜਿਹੜੇ ਤੁਹਾਨੂੰ ਦੱਸਦੇ। ਅਗਲਾ ਪ੍ਰਸ਼ਨ ਦੇਖਦੇ ਆ, ਬਹੁਵਚਨ ਰੂਪ ਨਹੀਂ ਹੈ, ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਹੈ ਜਿਹੜਾ ਬਹੁਵਚਨ ਰੂਪ ਦੇ ਵਿੱਚ ਨਹੀਂਗਾ? 4 ਆਪਸ਼ਨ ਹੈ, ਦਾਦਕੇ, ਪੇਕੇ, ਲੋਕ, ਕਨਸੋ। ਤਾਂ ਇਹ ਦਾਦਕੇ ਸ਼ਬਦ ਹੈ ਜਿਹੜਾ, ਪੇਕੇ ਸ਼ਬਦ ਹੈ ਤਾਂ ਇਹ ਜਿਹੜੇ ਇਹ ਬਹੁਵਚਨ ਨੂੰ ਰਿਪਰੈਜ਼ੈਂਟ ਕਰਦੇ ਆ, ਇਹ ਤਾਂ ਬਹੁਵਚਨ ਹੈ। ਲੋਕ ਸ਼ਬਦ ਵੀ ਬਹੁਵਚਨ ਹੈ ਬਾਈ, ਇੱਕ ਵਚਨ ਨਹੀਂਗਾ। ਅੱਗੇ ਜਿਹੜਾ ਸ਼ਬਦ ਲਿਖਿਆ ਕਨਸੋ, ਇਹ ਤਾਂ ਵੈਸੇ ਹੀ ਤੁਹਾਨੂੰ ਮੈਂ ਮਤਲਬ ਇੱਕ ਆਪਸ਼ਨ 'ਚ ਪਾਤਾ। ਕਨਸੋ, ਕਨਸੋ ਦਾ ਮਤਲਬ ਹੁੰਦਾ ਖਬਰ। ਕਨਸੋ ਦਾ ਸ਼ਾਬਦਿਕ ਅਰਥ ਵੀ ਤਾਂ ਸੁਣ ਲਓ, ਖਬਰ ਨੂੰ ਕਿਹਾ ਜਾਂਦਾ ਕਨਸੋ। ਕਨਸੋ ਹੈ ਜਿਹੜਾ ਇੱਥੇ ਇੱਕ ਵਚਨ ਹੈ, ਇਹ ਕਨਸੋ ਦਾ ਬਹੁਵਚਨ ਬਣੂਗਾ ਕਨਸੋਆ, ਕਨਸੋਆ। ਤੇ ਦਾਦਕੇ ਪਹਿਲਾਂ ਤੋਂ ਹੀ ਬਹੁਵਚਨ ਸ਼ਬਦ ਹੈ, ਪੇਕੇ ਪਹਿਲਾਂ ਤੋਂ ਹੀ ਆਲਰੇਡੀ ਬਹੁਵਚਨ ਹੈ। ਠੀਕ ਹੈ, ਤੇ ਲੋਕ ਸ਼ਬਦ ਹੈ ਜਿਹੜਾ ਪਹਿਲਾਂ ਤੋਂ ਹੀ ਬਹੁਵਚਨ ਹੈ, ਮਤਲਬ ਇੱਕ ਵਚਨ ਰੂਪ 'ਚ ਨਹੀਂ ਵਰਤੇ ਜਾਂਦੇਗੇ। ਦਾਦਕੇ ਦਾ ਦਾਦਕਿਆਂ ਬਣਾ ਦਈਏ ਮੰਨ ਲਓ, ਤਾਂ ਇਹ ਬਹੁਵਚਨ ਨਹੀਂਗਾ। ਮਤਲਬ ਹੈ ਤੁਸੀਂ ਸੋਚ ਲਓ ਵੀ ਦਾਦਕੇ ਇੱਕ ਵਚਨ ਹੈ ਤੇ ਇਹਦਾ ਦਾਦਕਿਆਂ ਬਣਤਾ ਗਿਆ। ਅਸਲ ਦੇ ਵਿੱਚ ਦਾਦਕਿਆਂ ਸੰਬੰਧਕੀ ਰੂਪ ਹੈ ਬਾਈ, ਦਾਦਕਿਆਂ ਸੰਬੰਧਕੀ ਰੂਪ ਹੈ। ਇਹਦੇ ਬਾਰੇ ਮੇਰੀ ਜਿਹੜੀ ਕਲਾਸ ਹੈ ਵਚਨ ਵਾਲੀ ਤੁਸੀਂ ਦੇਖੋਗੇ ਤਾਂ ਸੰਬੰਧਕੀ ਰੂਪ ਦਾ ਪਤਾ ਲੱਗੂਗਾ ਤੁਹਾਨੂੰ ਵੀ ਕੀ ਹੈ। ਇਹਦੇ ਪਿੱਛੇ ਅਗਰ ਤੁਸੀਂ ਰੂਲ ਸੰਬੰਧਕੀ ਰੂਪ ਵਾਲੇ ਤੁਸੀਂ ਧਿਆਨ ਨਾਲ ਪੜ੍ਹਦੇ ਤਾਂ ਮੈਂ ਕਹਿੰਦਾ ਵੀ ਇੱਕ ਵਚਨ ਬਹੁਵਚਨ ਤੁਹਾਡਾ ਕਦੇ ਵੀ ਗਲਤ ਨਹੀਂ ਹੋਊਗਾ। ਤੁਸੀਂ ਉਦੋਂ ਹੀ ਪਕੜ ਕਰ ਜਾਓਗੇ ਇਸ ਗੱਲ ਦੀ ਵੀ ਇਹ ਸੰਬੰਧਕੀ ਰੂਪ ਕਿਵੇਂ ਬਣਦਾ। ਹੁਣ ਮੈਂ ਇੱਥੇ ਨਹੀਂ ਦੱਸਿਆ ਜਾਣਾ, ਮੇਰੇ ਤੋਂ ਲੰਮੀ ਚੌੜੀ ਕਹਾਣੀ ਹੈ ਇਹਦੀ ਸੰਬੰਧਕੀ ਰੂਪ ਦੀ। ਬਹੁਵਚਨ ਰੂਪ ਨਹੀਂ ਹੈ ਇਹਦੇ ਵਿੱਚੋਂ, ਦਾਦਕੇ ਬਹੁਵਚਨ ਹੈ, ਪੇਕੇ ਬਹੁਵਚਨ ਹੈ। ਜੇ ਮੰਨ ਲਓ ਕੁੜੀ ਜਾਵੇ ਮੰਨ ਲਓ ਆਪਦੇ ਆਪਣੇ ਪੇਕੇ, ਤਾਂ ਉਧਰੋਂ ਪੇਕੇ ਆ ਜਾਣ, ਮਤਲਬ ਪੇਕੇ ਦਾ ਪਿੰਡ ਆ ਜੇ ਤਾਂ ਉਹ ਕਹੂਗੀ ਮੇਰੇ ਪੇਕੇ ਆ ਗਏ। ਐ ਨਹੀਂ, ਇਹ ਦੁਰਸਤ ਨਹੀਂ ਗਾ ਐਵੇਂ। ਜੇ ਕਹੂਗੀ ਮੇਰਾ ਪੇਕਾ ਆ ਗਿਆ, ਐਵੇਂ ਨਹੀਂ, ਮੇਰੇ ਪੇਕੇ ਆ ਗਏ। ਆ ਗਏ ਸ਼ਬਦ ਬਹੁਵਚਨ ਹੈ, ਮਤਲਬ ਪੇਕੇ ਬਹੁਵਚਨ ਕਿਹਾ ਜਾਂਦਾ। ਠੀਕ ਹੈ, ਇਸ ਕਰਕੇ ਆ ਵੀ ਦਾਦਕੇ, ਲੋਕ, ਇਹ ਸ਼ਬਦ ਹੈ ਜਿਹੜੇ ਬਹੁਵਚਨ ਹੈ। ਪਰ ਕਨਸੋ ਹੈ ਜਿਹੜਾ ਇੱਕ ਵਚਨ ਹੈ। ਕਨਸੋ ਦਾ ਮਤਲਬ ਵੀ ਧਿਆਨ 'ਚ ਰੱਖਣਾ ਤੁਸੀਂ ਖਬਰ। ਅੱਗੇ ਸ਼ਬਦ ਹੈ ਜਿਹੜਾ ਅਗਲਾ ਪ੍ਰਸ਼ਨ ਹੈ ਜਿਹੜਾ ਉਹ ਹੈਗਾ ਅਸੰਗਤ ਲਿੰਗ ਚੁਣੋ। ਇਹਦੇ ਵਿੱਚੋਂ ਗੱਭਰੂ, ਮੁਟਿਆਰ, ਗ੍ਰੰਥ, ਗ੍ਰੰਥੀ, ਹਾਰ, ਮਾਲਾ, ਮਿੱਤਰ, ਸਹੇਲੀ। ਇਹਦੇ ਵਿੱਚੋਂ ਕਿਹੜਾ ਲਿੰਗ ਰੂਪ ਹੈ ਜਿਹੜਾ ਮਤਲਬ ਸਹੀ ਨਹੀਂਗਾ? ਗੱਭਰੂ ਦਾ ਤਾਂ ਬਾਈ ਮੁਟਿਆਰ ਹੀ ਬਣਦਾ, ਇਹ ਤਾਂ ਸਹੀ ਹੈ, ਗੱਭਰੂ ਦਾ ਮੁਟਿਆਰ ਬਣਦਾ। ਠੀਕ ਹੈ, ਤੇ ਗ੍ਰੰਥ ਦਾ ਗ੍ਰੰਥੀ ਇੱਕ ਵਾਰ ਦੇਖਦੇ ਆ। ਹਾਰ ਦਾ ਮਾਲਾ ਬਣਦਾ, ਬਿਲਕੁਲ ਸਹੀ ਹੈ। ਮਿੱਤਰ ਦਾ ਭਾਈ ਸਹੇਲੀ ਬਣੂਗਾ, ਕਿਤੇ ਮਿੱਤਰ ਦਾ ਮਿੱਤਰੀ ਬਣਾ ਦਿਓ। ਠੀਕ ਹੈ, ਤੇ ਸਹੇਲੀ ਦਾ ਸਹੇਲਾ ਬਣਾ ਦਿਓ। ਐਵੇਂ ਦੇ ਕੰਮ ਨਹੀਂ ਕਰਨੇਗੇ, ਇਹ ਕੰਮ ਬਾਅਦ 'ਚ ਕਰ ਲਿਓ, ਪੇਪਰ ਢੰਗ ਨਾਲ ਦੇ ਲਿਓ। ਮਿੱਤਰ ਦਾ ਸਹੇਲੀ ਬਣਾਉਣਾ। ਗ੍ਰੰਥ ਦਾ ਗ੍ਰੰਥੀ ਨਹੀਂ ਬਣੂਗਾ ਬੇਟਾ ਜੀ, ਗ੍ਰੰਥ ਦਾ ਗ੍ਰੰਥੀ ਨਹੀਂ ਬਣਦਾ। ਗ੍ਰੰਥੀ ਤਾਂ ਗ੍ਰੰਥ ਨੂੰ ਪੜ੍ਹਨ ਵਾਲੇ ਨੂੰ ਕਿਹਾ ਜਾਂਦਾ ਗ੍ਰੰਥੀ। ਇਸ ਕਰਕੇ ਗ੍ਰੰਥ ਦਾ ਇਸਤਰੀ ਲਿੰਗ ਆ ਜਿਹੜਾ ਉਹ ਪੋਥੀ ਹੈ। ਗ੍ਰੰਥ ਦਾ ਇਸਤਰੀ ਲਿੰਗ ਪੋਥੀ ਹੈ ਬਾਈ, ਗ੍ਰੰਥ ਦਾ ਇਸਤਰੀ ਲਿੰਗ ਗ੍ਰੰਥੀ ਨਹੀਂਗਾ। ਇਸ ਕਰਕੇ ਅਸੰਗਤ ਲਿੰਗ ਤੁਹਾਡਾ 20 ਨੰਬਰ ਆਪਸ਼ਨ ਸਹੀ ਹੋ ਗਿਆ। ਗ੍ਰੰਥ ਦਾ ਗ੍ਰੰਥੀ ਨਹੀਂ ਬਣਦਾ ਹੁੰਦਾ, ਗ੍ਰੰਥੀ ਤਾਂ ਗ੍ਰੰਥ ਨੂੰ ਪੜ੍ਹਨ ਵਾਲਾ ਹੁੰਦਾ। ਗ੍ਰੰਥ ਦਾ ਇਸਤਰੀ ਲਿੰਗ ਹੈ ਜਿਹੜਾ ਮਤਲਬ ਇਸਤਰੀ ਲਿੰਗ ਰੂਪ ਹੈ ਉਹ ਪੋਥੀ ਹੈ। ਠੀਕ ਹੈ ਬਾਈ, ਆਪਾਂ ਪੋਥੀ, ਮੈਂ ਪੋਥੀ ਪੜ੍ਹ ਲਈ ਸ਼ਬਦ ਤੋਂ ਪਤਾ ਲੱਗਦਾ ਵੀ ਪੋਥੀ ਇਸਤਰੀ ਲਿੰਗ ਹੈ। ਮੈਂ ਗ੍ਰੰਥ ਪੜ੍ਹ ਲਿਆ ਸ਼ਬਦ ਤੋਂ ਪਤਾ ਲੱਗਦਾ ਵੀ ਗ੍ਰੰਥ ਹੈ ਜਿਹੜਾ ਇਹ ਪੁਲਿੰਗ ਹੈ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ ਹੈ ਵੀ ਸ਼ੁੱਧ ਵਚਨ ਰੂਪ ਚੁਣੋ। ਇਹਦੇ ਵਿੱਚੋਂ ਵੀ ਕਿਹੜਾ ਹੈ ਜਿਹੜਾ ਸ਼ੁੱਧ ਵਚਨ ਹੈ, ਬਾਕੀ 3 ਹੈ ਜਿਹੜੇ ਅਸ਼ੁੱਧ ਹੈ। ਜਦੋਂ ਤੁਸੀਂ ਉੱਥੇ ਐਗਜ਼ਾਮ ਦੇ ਵਿੱਚ ਬੈਠੋਗੇ ਨਾ ਤੇ ਸ਼ਬਦਾਵਲੀ ਹੈ ਨਾ ਜਿਹੜੀ ਪ੍ਰਸ਼ਨ ਦੀ ਧਿਆਨ ਨਾਲ ਪੜ੍ਹਨੀ ਹੈ ਤੁਸੀਂ। ਸ਼ੁੱਧ ਪੁੱਛਿਆ, ਅਸ਼ੁੱਧ ਪੁੱਛਿਆ, ਸੰਗਤ ਪੁੱਛਿਆ, ਅਸੰਗਤ ਪੁੱਛਿਆ, ਹੈ ਨਾ। असंगत नहीं है कि संगत है, कि संगत नहीं है कि संगत है, इस तरह कुछ भी पूछे किवें। शुद्ध वचन रूप चुनो। मोर मोरा, हथ हत्था, सिर सिरा, चाचा चाचे। ये एक है, एवें लगता भी सारे ही है। ये पिछे भी रूल है जिवें तुहानूं दस्सिया भी संबंधकी रूप है। ये असल दे विच अशुद्ध नहीं गा। मोर दा मोरा नहीं बनता हुंदा, हथ दा हत्था नहीं बनता हुंदा, सिर दा सिरा नहीं बनता हुंदा, चाचा दा चाचे बनता। ये बिल्कुल सही है। इस करके शुद्ध वचन रूप चाचा दा चाचे आ नहीं गा। मोर, हथ, सिर
ਇਹਨਾਂ ਨੂੰ ਤਾਂ ਆਪਾਂ ਐਜ਼ ਇਟ ਇਜ਼ ਇੱਕ ਵਚਨ ਰੂਪ ਵਿੱਚ ਵੀ ਚੁਣ ਲੈਂਦੇ ਆ ਤੇ ਬਹੁਵਚਨ ਰੂਪ ਦੇ ਵਿੱਚ ਵੀ ਇਹਨਾਂ ਨੂੰ ਆਪਾਂ ਮਿਲ ਜਾਂਦੇ ਆ ਆਪਾਂ ਨੂੰ। ਜਿਵੇਂ ਮੋਰ ਪਹਿਲ ਪਾਉਂਦਾ ਹੈ, ਇਹਦੇ ਵਿੱਚ ਮੋਰ ਇੱਕ ਵਚਨ ਹੈ। ਮੋਰ ਪਹਿਲਾਂ ਪਾਉਂਦੇ ਹਨ, ਇਹਦੇ ਵਿੱਚ ਮੋਰ ਸ਼ਬਦ ਮੋਰ ਹੀ ਰਿਹਾ। ਦੁਬਾਰੇ ਫੇਰ ਸੁਣੋ, ਮੋਰ ਸ਼ਬਦ ਇੱਕ ਵਚਨ ਵੀ ਹੈ ਤੇ ਬਹੁਵਚਨ ਵੀ ਹੈ। ਮੋਰ ਪਹਿਲ ਪਾਉਂਦਾ ਹੈ, ਕਿੰਨੇ ਮੋਰ ਪਹਿਲ ਪਾਈ ਜਾਂਦੇ ਆ? ਇੱਕ। ਦੂਜਾ ਉਦਾਹਰਨ ਸੁਣੋ, ਮੋਰ ਪਹਿਲਾਂ ਪਾਉਂਦੇ ਹਨ, ਕਿੰਨੇ ਮੋਰ ਆ ਬਾਈ? ਇੱਕ ਤੋਂ ਜ਼ਿਆਦਾ ਹੈ ਤੇ ਸ਼ਬਦ ਮੋਰ ਹੀ ਰਿਹਾ। ਮੈਂ ਮੋਰਾ ਬਣਾਇਆ? ਨਹੀਂ ਬਣਾਇਆ। ਮੋਰਾ ਤਾਂ ਸੰਬੰਧਕੀ ਰੂਪ ਹੈ ਬਈ। ਉਸ ਤੋਂ ਬਾਅਦ ਮੋਰਾ ਸ਼ਬਦ ਤੋਂ ਜਿਵੇਂ ਮੰਨ ਲਓ ਸ਼ੁਰੂ ਕਰਾਂਗੇ, ਆਪਾਂ ਨੂੰ ਕੋਈ ਸੰਬੰਧਕ ਲਾਉਣਾ ਪਊਗਾ। ਉਸ ਤੋਂ ਬਾਅਦ ਇੱਥੇ ਮੈਂ ਸੰਬੰਧਕ ਕੋਈ ਨਹੀਂ ਲਾਇਆ। ਮੋਰ ਪਹਿਲ ਪਾਉਂਦਾ ਹੈ, ਇੱਥੇ ਮੈਂ ਪਹਿਲ ਲਿਖਿਆ ਸਿੱਧਾ ਹੀ, ਪਹਿਲ ਜਿਹੜੀ ਹੈ ਨਾ, ਇਸ ਤਰ੍ਹਾਂ ਲਿਖ ਕੇ ਤਾਂ ਇਸ ਤਰ੍ਹਾਂ ਕਰਤਾ, ਮੋਰ ਪਹਿਲ ਪਾਉਂਦਾ ਹੈ। ਹੁਣ ਇਹ ਲਿਖਤਾ ਜਦੋਂ ਮੈਂ ਪਹਿਲ, ਤਾਂ ਵਿੱਚ ਸੰਬੰਧਕ ਕਿੱਥੇ ਲਾਇਆ? ਪਰ ਜਦੋਂ ਮੋਰਾ ਸ਼ਬਦ ਆ ਗਿਆ, ਮੋਰਾ ਸ਼ਬਦ ਤੋਂ ਬਾਅਦ ਸੰਬੰਧਕ ਲਾਉਂਗੇ ਤੁਸੀਂ। ਮੋਰਾ ਨੇ, ਮੋਰਾ ਨੂੰ, ਮੋਰਾ ਦਾ, ਨੇ, ਨੂੰ, ਦਾ ਹੈ ਲਾਉਣਾ ਪਊਗਾ, ਸੰਬੰਧਕ ਲਾਉਣਾ ਪਊਗਾ। ਮੋਰਾ ਤੋਂ ਬਾਅਦ ਐ ਕਰੋਗੇ ਕਿ ਮੋਰਾ ਪਹਿਲ ਪਾ ਰਹੇ ਆ। अब तुसी बनाओगे मोरा ने पहल पाई है, एवें बनूगा ना, है ना। जिवें आप मोरा नूं बनाउणा जदों आप मोरा शब्द तो, पर मोर शब्द वास्ते संबंधक की लोड़ नहीं, इस करके मोरा शब्द संबंधकी रूप है। इस तरह ही आ है हथ है जिहड़ा, जिवें मैं हथ धोता मतलब एक हथ धोता, मैं हथ धोते तो हाथी शब्द रहा दोनों उदाहरणों च। मतलब हथ धोते, धोते तो पता लगता भी दो हथ धोते है, एक तो ज़्यादा धोते है, इस करके हथ एक वचन भी है बहुवचन भी है। ऐ ही सिर, सिर सिरा है ना, उसने मतलब आप बनाना जिमें सिर वार दिता, सिर वार दिता, सिर कुर्बान करता, सिर वार दिता मतलब एक सिर वारिया, सिर वार दिते एक तो ज़्यादा वार दिते। सिर, सिर शब्द भी एक वचन बहुवचन है, सिर का सिरा नहीं बनता कदे भी। इस तरह के उदाहरण है जोड़े मेरी बुक च दे रखे हैं बहुत सारे एवं। चाचा का चाचे है, ठीक है भाई, हाँ चाचा आया चाचे आए, ठीक है भाई। ये है जोड़ा तुहाडा शुद्ध वचन रूप है। पिछे पता नहीं बेचारे कतूरे नूं किहने मारती। हाँ अगला प्रश्न है, तुसीं सबक पढ़िया किहड़ा काल है इहदे विच? भूतकाल, वर्तमान काल, भविष्यत काल या कोई नहीं? बहुत ही कॉमन प्रश्न है, ठीक है। हाँ तुहानूं पता लग गया सारे ने, बिल्कुल सही प्रश्न दस रहे, सही उत्तर दसिया भी देवी और सज्जणों तुसीं सबक पढ़िया। इहदा जिहड़ा हैगा ये सही उत्तर है जिहड़ा ये भूतकाल है। उस तो बाद अगला प्रश्न, जे मैं आउंदा तां काम हो जाना सी, मतलब काम होने की प्रक्रिया है जिहड़ी वो भूतकाल दे विच होनी सी। इस तरह का प्रश्न आ जाए तो सही उत्तर जिहड़ा 12 नंबर जिहड़ा तुहाडा प्रश्न है, ठीक है भाई, ये भी तुसी ध्यान च रखना है। 12 नंबर प्रश्न का जिहड़ा सही उत्तर है वो आपां ये भी ध्यान च रखने। इस तरह के प्रश्न मतलब जिवें बनणगे वो तुसी ध्यान च रखने है जिहड़ी गल है। इस तरह के प्रश्न है ना तिन्ना कालों च ही बन जाते हैं, है ना। इस करके तुसी ये जिहड़ा काम हो जाना सी, सो काम होने की क्रिया भूतकाल दे विच होनी सी, इस करके दा सही उत्तर है जिहड़ा ये भूतकाल है भाई। 12 का सही उत्तर भूतकाल है। अगला प्रश्न है जिहड़ा वो कित्थे है आ रहा 13 नंबर प्रश्न है, लड़ाई ना करो इहदे विच किहड़ा काल है? भूतकाल है, भविष्यत है, शर्ती भूतकाल है या हुक्मी वर्तमान है? आ देखो कोई अगे भी ऑप्शन आ जाते होंगे है ना। एक गल तुसी ध्यान दे विच रखनी है। देखो मेरी गल सुनो, ਜਿਹੜੇ काल दे रखे हैं सब तो पहला तो ਤੁਹਾਨੂੰ ਇਹ पता होना चाहिए भी ये वाक है ਜਿਹੜਾ ਇਹ ਕਿਹੜੇ काल ਦੇ ਨਾਲ ਸੰਬੰਧਿਤ है। सब तो पहला तो यह है। उस तो बाद कोई आग्या सूचक है काल है तो कोई हुक्मी कुछ भी है, कोई मान लो एक वो जिवें मैनूं हुण याद नहीं आउंदे होए। एक तो तुसीं ध्यान ते रखना, देखो दो गल्लां तुहाडे कन्फ्यूज नहीं करनियां चाहीदियां। एक तो उन्हां दे जिवें तुसीं कहो भी सर भूतकाल दे अगे किन्ने पार्ट है, मतलब अगे किन्ने भागां च वंडिया गया उहनूं, भविष्यत काल नूं ते फलाणे काल नूं जिहड़ा भी मतलब हैगा। इस तरह का प्रश्न तुसीं माइंड च नहीं लियाउणा गा, क्योंकि ये साडे व्याकरणकार है जिहड़े उन्होंने अड अड अपने हिसाब नाल बनाया। किसी ने एज इट इज़ हिंदी तो चक लिया, किसी ने अपने हिसाब नाल बनाया, इस करके इहदा कोई भी मतलब एवें नहीं हैगा भी इहदे इन्ने ही बनदे आ मुख रूप च जी इन्ने ही, इस करके इहदा प्रश्न नहीं बनदा। ठीक है, ये तुसीं ध्यान च रखना भी हो मतलब वर्तमान काल दे अगे किन्ने प्रकार है, भविष्य दे अगे किन्ने, भूत दे अगे किन्ने, इस तरह का कुछ नहीं गा। ठीक है, पर जिन्ने हैगे आ वो तुसीं याद रखने भी ये हुक्मी किवें बनदा
ਇਹ ਮਤਲਬ ਉਹ ਜਿਹੜੇ ਬਾਕੀ ਜਿਹੜੇ ਵੀ ਹੁਣ ਮੈਨੂੰ ਯਾਦ ਨਹੀਂ, ਨਾਮ ਨਹੀਂ ਯਾਦ ਰਹੇ, ਉਹ ਕਿਵੇਂ ਬਣਦੇ ਉਹ ਤੁਸੀਂ ਯਾਦ ਰੱਖਣੇ ਆ। ਉੱਥੇ ਅਗਲਾ ਪ੍ਰੋਸੈਸ ਤੁਹਾਡਾ ਇਹ ਹੋਣਾ ਚਾਹੀਦਾ। ਪਰ ਉਹਨਾਂ ਦੇ ਵਿੱਚ ਪਹਿਲਾਂ ਤਾਂ ਆਹ ਗੱਲ ਦਿਮਾਗ 'ਚ ਰੱਖਣੀ ਹੈ ਵੀ ਇਹ ਵਰਤਮਾਨ ਕਾਲ ਹੈ, ਇਹ ਭੂਤਕਾਲ ਹੈ, ਇਹ ਭਵਿੱਖਤ ਕਾਲ ਹੈ। ਕਿੰਨੀਆਂ ਵੀ ਉਦਾਹਰਨਾਂ ਪੜ੍ਹ ਲਓ। ਉਸ ਤੋਂ ਬਾਅਦ ਹੈ ਵੀ ਇਹ ਹੁਕਮੀ ਬਣਦਾ ਹੈ ਕਿ ਕੋਈ ਸ਼ਰਤੀ ਭੂਤਕਾਲ ਬਣਦਾ ਹੈ ਕਿ ਕੀ ਬਣਦਾ ਹੈ। ਠੀਕ ਹੈ, ਹਾਂ। ਹੁਣ ਇਹਦੇ ਵਿੱਚ ਬਈ ਹੁਕਮ ਦਿੱਤਾ ਹੋਇਆ ਲੜਾਈ ਨਾ ਕਰੋ, ਤੇ ਇਹ ਇੱਕ ਵਰਤਮਾਨ ਕਾਲ ਹੈ। ਠੀਕ ਹੈ, ਹੁਕਮੀ ਵਰਤਮਾਨ ਕਾਲ ਹੈ। ਠੀਕ ਹੈ, ਨਾ ਭੂਤ ਆ ਨਾ ਭਵਿੱਖ ਹੈ। ਲੜਾਈ ਨਾ ਕਰੋ ਮਤਲਬ ਵਰਤਮਾਨ ਦੇ ਵਿੱਚ ਕਿਹਾ ਜਾ ਰਿਹਾ, ਲੜਾਈ ਬੰਦ ਕਰਨ ਦੀ ਗੱਲ ਹੈ ਜਿਹੜੀ ਉਹ ਵਰਤਮਾਨ 'ਚ ਕਹੀ ਗਈ। ਇਸ ਕਰਕੇ 13ਵੇਂ ਦਾ ਜਿਹੜਾ ਸਹੀ ਉੱਤਰ ਹੈ ਹੁਕਮੀ ਵਰਤਮਾਨ। ਅਗਲਾ ਪ੍ਰਸ਼ਨ ਹੈ, ਮੈਂ ਚਾਹੁੰਦਾ ਹਾਂ ਕਿ ਤੁਸੀਂ ਪੇਪਰ ਪਾਸ ਕਰੋ। ਇਹਦਾ ਜਿਹੜਾ ਸਹੀ ਜਿਹੜਾ ਹੈਗਾ ਦੇਖੋ ਇੱਕ ਵਾਰ ਫਿਰ, ਮੈਂ ਚਾਹੁੰਦਾ ਹਾਂ ਕਿ ਤੁਸੀਂ ਪੇਪਰ ਪਾਸ ਕਰੋ। ਭਵਿੱਖਤ, ਵਰਤਮਾਨ, ਭੂਤਕਾਲ ਜਾਂ ਇਹਨਾਂ 'ਚੋਂ ਕੋਈ ਨਹੀਂ ਹੈ। ਸੋ ਇਹਦਾ ਜਿਹੜਾ ਹੁਣ ਦੇਖੋ ਇਹਦੇ ਵਿੱਚ ਅੰਤ ਦੇ ਵਿੱਚ ਤੁਸੀਂ ਰਿਹਾ ਕਰੋ ਇੱਥੇ ਆ ਮੈਂ ਚਾਹੁੰਦਾ ਹਾਂ, ਇਹਨੂੰ ਛੱਡੋ, ਸਿੱਧਾ ਆਇਆ ਕਰੋ ਇੱਥੇ ਕਿ ਤੁਸੀਂ ਪੇਪਰ ਪਾਸ ਕਰੋ। ਪੇਪਰ ਪਾਸ ਕਰਨ ਦੀ ਕਿਰਿਆ ਹੈ ਜਿਹੜੀ ਉਹ ਕਦੋਂ ਹੋਵੇਗੀ? ਫਿਊਚਰ ਦੇ ਵਿੱਚ ਹੋਵੇਗੀ, ਨਾ ਤਾਂ ਵਰਤਮਾਨ 'ਚ ਹੋਣੀ ਹੈ ਨਾ ਭੂਤਕਾਲ 'ਚ ਹੋਣੀ ਹੈ। ਇਸ ਕਰਕੇ ਫਿਊਚਰ ਹੈ ਮਤਲਬ ਭਵਿੱਖਤ ਕਾਲ। ਤੁਸੀਂ ਪੇਪਰ ਪਾਸ ਕਰੋ, ਪੇਪਰ ਪਾਸ ਕਰਨ ਦੀ ਕਿਰਿਆ ਭਵਿੱਖਤ 'ਚ ਹੋਣੀ ਹੈ। ਇਸ ਕਰਕੇ ਸਹੀ ਉੱਤਰ ਹੈ ਭਵਿੱਖਤ ਕਾਲ ਹੈ। ਠੀਕ ਹੈ ਬਾਈ। ਅਗਲਾ ਪ੍ਰਸ਼ਨ ਦੇਖਦੇ ਹਾਂ, ਇਹਦੇ ਵਿੱਚੋਂ ਸਹੀ ਸ਼ਬਦ ਜੋੜ ਚੁਣੋ। ਜਿਹੜਾ ਮਿਹਰ ਕਚਹਿਰੀ ਵਹਿਣਾ। ਠੀਕ ਹੈ ਜੀ, ਆਹ ਲਿਖੇ ਹੋਏ ਆ, ਜਿਹੜਾ ਮਿਹਰ ਕਚਹਿਰੀ ਵਹਿਣਾ। ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਉਦਾਹਰਣ ਹੈ ਤੁਸੀਂ ਦਿਮਾਗ ਦੇ ਵਿੱਚ ਰੱਖਣੇ ਆ। ਠੀਕ ਹੈ, ਹੁਣ ਆਹ ਸ਼ਬਦ ਹੈ ਜਿਹੜਾ ਜਿਹੜਾ, ਇਹ ਬਾਈ ਸਹੀ ਨਹੀਂ ਲਿਖਿਆ, ਇਹ ਅਸ਼ੁੱਧ ਲਿਖਿਆ ਹੋਇਆ। ਜਿਹੜਾ ਨੂੰ ਜਦੋਂ ਤੁਸੀਂ ਸਹੀ ਲਿਖੋਗੇ ਤਾਂ ਜਿਹੜਾ ਇਸ ਤਰ੍ਹਾਂ ਲਿਖਿਆ ਜਾਊਗਾ। ਠੀਕ ਹੈ, ਆ ਜਿਹੜਾ ਤੁਹਾਡਾ ਸ਼ੁੱਧ ਹੈ ਮਤਲਬ ਆਪਸ਼ਨ ਕੱਟ ਗਿਆ। ਉਸ ਤੋਂ ਬਾਅਦ ਮਿਹਰ ਤੇ ਚੱਲਦੇ ਇੱਕ ਵਾਰ, ਕਚਹਿਰੀ। ਹੁਣ ਆਹ ਜਿਹੜਾ ਆਪਾਂ ਨੂੰ ਬੋਲਣ 'ਚ ਤਾਂ ਇਹੀ ਲੱਗਦਾ ਕਚਹਿਰੀ, ਇਹਦੇ ਪਿੱਛੇ ਰੂਲ ਹੈ ਨਾ ਵੀ ਜਦੋਂ ਐ ਦੀ ਮਾਤਰਾ ਬੋਲਦੀ ਹੋਵੇ ਤਾਂ ਉਹ ਕੀ ਆ ਮਤਲਬ ਇਸ ਤਰ੍ਹਾਂ ਕਚਹਿਰੀ। ਆ ਹੈ ਤੁਹਾਡਾ ਸਹੀ। ਠੀਕ ਹੈ, ਇਸ ਤਰ੍ਹਾਂ ਆਹ ਸਹੀ ਇਹਦਾ ਕਚਹਿਰੀ ਆ ਬਣ ਗਿਆ ਨਾ। ਜਦੋਂ ਬੋਲਿਆ ਆਹੀ ਬੋਲਿਆ ਜਦੋਂ ਕਿਸੇ ਦੂਜੇ ਅੱਖਰ 'ਤੇ ਜਿਵੇਂ ਮੰਨ ਲਓ ਆਹ ਜਿਹੜੀ ਮਾਤਰਾ ਹੈਗੀ ਆ ਦੁਲਾਵਾਂ ਵਾਲੀ ਤਾਂ ਉਹ ਮਾਤਰਾ ਹਟ ਜਾਂਦੀ ਹੈ ਅਤੇ ਉਸ ਤੋਂ ਅਗਲੇ 'ਤੇ ਸਿਹਾਰੀ ਲੱਗ ਜਾਂਦੀ ਹੈ। ਇਸ ਤਰ੍ਹਾਂ ਦੀ ਹੈ ਨਾ, ਰੂਲ ਇਹੀ ਹੈ ਨਾ। ਕਚਹਿਰੀ ਆ ਨਹੀਂ ਬਣੂਗਾ, ਕੱਚੇ ਹਰੀ ਨਹੀਂ ਬਣੂਗਾ, ਕੱਚੀ ਹਰੀ। ਆ ਨਹੀਂ ਕਰ ਦੇਣਾ ਕਿਤੇ ਇਸ ਤਰ੍ਹਾਂ ਕਰਕੇ ਆ ਜਾਓ, ਆ ਨਹੀਂ ਕਰ ਦੇਣਾ, ਗਲਤ ਹੈ, ਇਸ ਤਰ੍ਹਾਂ ਨਹੀਂ ਕਰਨਾ। ਠੀਕ ਹੈ, ਐਵੇਂ ਕਰਕੇ ਹੀ ਦੁਸ਼ਹਿਰਾ ਆ ਜਿਹੜਾ ਆ ਸ਼ਬਦ ਆ ਜਿਹੜਾ ਹੁਣ ਬੋਲਣ ਦੇ ਵਿੱਚ ਤਾਂ ਇਹ ਲੱਗੀ ਜਾਂਦਾ ਵੀ ਆਹ ਸਹੀ ਹੈ, ਦੁਸ਼ਹਿਰਾ ਆ ਹੋ ਗਿਆ ਸਹੀ ਕਹਿ, ਪਰ ਇਹ ਨਹੀਂ ਗਾ। ਅਸਲ ਦੇ ਵਿੱਚ ਕੀ ਆ, ਦੁਸ਼ਹਿਰਾ, ਦੁਸ਼ਹਿਰਾ। ਆ ਲਓ ਆ ਸਹੀ ਹੈ ਆਪਸ਼ਨ। ਠੀਕ ਹੈ ਤੁਹਾਡਾ। ਇਸ ਤਰ੍ਹਾਂ ਦੇ ਰੂਲ ਤੁਸੀਂ ਯਾਦ ਰੱਖਣੇ ਆ ਭਾਈ, ਦਿਮਾਗ 'ਚ ਰੱਖਣੇ। ਵਹਿਣਾ ਨਹੀਂ ਹੁੰਦਾ ਬਾਈ, ਵਹਿਣਾ ਆ ਹੁੰਦਾ ਵਹਿਣਾ, ਇਹ ਆ ਚੱਕੋ ਵਹਿਣਾ। ਆ ਲਓ ਵਹਿਣਾ, ਪਾਣੀ ਦਾ ਵਹਿਣਾ, ਜਿਵੇਂ ਪਾਣੀ ਦਾ ਬਹਾਵ ਜਿਹਨੂੰ ਕਹਿ ਦਿੰਦੇ ਆਪਾਂ, ਹੈ ਨਾ। ਠੀਕ ਹੈ, ਅਗਲਾ ਪ੍ਰਸ਼ਨ ਦੇਖਦੇ ਹਾਂ, ਸ਼ੁੱਧ ਸ਼ਬਦ ਕਿਹੜਾ ਹੈ? ਸੋਹਣਾ, ਸੋਹਣਾ, ਸੁਹਣਾ, ਸੁਹੋਣਾ। ਲੈ ਕਿਆ ਬਾਤ ਹੈ। ਇਸ ਤਰ੍ਹਾਂ ਦਾ ਪ੍ਰਸ਼ਨ ਵੀ ਬਣ ਸਕਦਾ ਹੈ। ਇਸ ਤਰ੍ਹਾਂ ਦੇ ਪ੍ਰਸ਼ਨ ਵਾਸਤੇ ਵੀ ਤੁਸੀਂ ਤਿਆਰ ਰਹਿਣਾ ਦੇਵੀ ਔਰ ਸੱਜਣੋ। ਠੀਕ ਹੈ, ਸੋ ਇਹ ਹੈ ਜਿਹੜਾ ਇਹਦਾ ਸਹੀ ਉੱਤਰ ਤੁਹਾਨੂੰ ਪਤਾ ਹੀ ਹੈ, ਤੁਸੀਂ ਲਾ ਚੁੱਕੇ ਹੋ, ਹੈ ਨਾ। ਸੋਹਣਾ ਜਿਹੜਾ 3 ਨੰਬਰ ਆਪਸ਼ਨ ਹੈ ਇਹ ਤੁਹਾਡਾ ਸਹੀ ਹੈ। ਸੋਹਣਾ, ਸੋਹਣਾ ਨਹੀਂ ਹੁੰਦਾ ਬਾਈ। ਆਹ ਆਪਸ਼ਨ ਪਹਿਲਾਂ ਹੀ ਪਾਇਆ, ਜਿਵੇਂ ਐਗਜ਼ਾਮੀਨਰ ਵਾਂਗੂ। ਐਗਜ਼ਾਮੀਨਰ ਜਿਹਦੇ ਤੇ ਤੁਹਾਨੂੰ ਪਤਾ ਹੋਵੇ ਨਾ ਵੀ ਐਗਜ਼ਾਮੀਨਰ ਨੂੰ ਪਤਾ ਹੁੰਦਾ ਪੂਰਾ ਵੀ ਇਹਦੇ ਤੇ ਬੱਚਾ ਕਨਫਿਊਜ਼ਨ ਹੋਊਗਾ, ਉਹਨੂੰ ਪਹਿਲਾਂ ਹੀ ਪਾਇਆ ਹੁੰਦਾ। ਦੇਖੋ ਜਿਵੇਂ ਮੈਂ ਆਪਸ਼ਨ ਪਹਿਲਾਂ ਹੀ ਪਾਤਾ। ਤੇ ਸੋਹਣਾ ਆ ਨਹੀਂ ਹੁੰਦਾ ਗਾ, ਨਾ ਆ ਹੁੰਦਾ ਸੋਹਣਾ, ਨਾ ਆ ਸੁਹਾਉਣਾ, ਆਹ ਹੈ ਸੋਹਣਾ। ਠੀਕ ਹੈ, ਸੋਹਣਾ ਬੋਲਣ ਦੇ ਵਿੱਚ ਹੀ ਸੁਹਾਣਾ, ਸੋਹਣਾ। ਅਗਲਾ ਸ਼ਬਦ ਹੈ ਜਿਹੜਾ ਅਸ਼ੁੱਧ ਸ਼ਬਦ ਰੂਪ ਚੁਣੋ ਬਾਈ। ਵਣਜ, ਠਾਕਰ, ਕਾਤਲ, ਕਵੀ। ਆ ਦੇਖੋ ਕਵੀ, ਕਵੀ ਇਸ ਤਰ੍ਹਾਂ ਲਿਖਿਆ। ਠੀਕ ਹੈ, ਹੁਣ ਇਹਦੇ ਵਿੱਚੋਂ ਆਪਾਂ ਕੀ ਆ ਵੀ ਅਸ਼ੁੱਧ ਸ਼ਬਦ ਰੂਪ ਆਪਾਂ ਨੂੰ ਤਾਂ ਐਂ ਲੱਗੀ ਜਾਂਦਾ ਵੀ ਸਾਰਾ ਹੀ ਅਸ਼ੁੱਧ ਹੈ। ਇਹਦੇ ਪਿੱਛੇ ਆਪਾਂ ਰੂਲ ਪੜ੍ਹਦੇ ਹਾਂ ਜਦੋਂ। ਹੁਣ ਹਿੰਦੀ ਦੇ ਵਿੱਚ ਜੇ ਇਹਨੂੰ ਵਣਿਜ ਇਸ ਤਰ੍ਹਾਂ ਹੁੰਦਾ ਵਣਿਜ, ਹੈ ਨਾ। ਅਗਰ ਬੋਲਿਆ ਜਾਵੇ ਤਾਂ ਆ ਨਹੀਂ ਆ ਸਹੀ। ਜਦੋਂ ਤੁਸੀਂ ਆਹ ਪੜ੍ਹਦੇ ਆ ਹਿੰਦੀ ਦੇ ਵਿੱਚ ਤੁਸੀਂ ਕਹੋਗੇ ਸਰ ਜੀ ਇਸ ਤਰ੍ਹਾਂ ਹੁੰਦਾ। ਠਾਕੁਰ ਆ ਵੀ ਨਹੀਂ ਗਾ ਸਹੀ, ਪੰਜਾਬੀ ਦੇ ਵਿੱਚ ਤਾਂ ਐਵੇਂ ਆ ਠਾਕਰ। ਐਵੇਂ ਹੀ ਕਾਤਲ ਆ, ਕਾਤਲ ਸ਼ਬਦ ਹੈ ਤੁਸੀਂ ਕਈ ਵਾਰ ਇਸ ਤਰ੍ਹਾਂ ਲਿਖਿਆ ਵੇਖ ਲੈਣੇ, ਜਾਂ ਤੁਸੀਂ ਖੁਦ ਹੀ ਲਿਖ ਦਿੰਦੇ ਕਾਤਿਲ। ਕਾਤਿਲ ਨਹੀਂ ਹੁੰਦਾ, ਕਾਤਲ ਹੁੰਦਾ ਹੈ ਪੰਜਾਬੀ ਦੇ ਵਿੱਚ ਤਾਂ। ਹੁਣ ਆਹ ਆ ਜਿਹੜਾ ਤੁਹਾਡੇ ਆ ਸ਼ੁੱਧ ਨਹੀਂ ਆ, ਸਾਰੇ ਸ਼ੁੱਧ ਹੈ। ਵਣਜ ਸਹੀ ਲਿਖਿਆ, ਠਾਕਰ ਸਹੀ ਲਿਖਿਆ, ਕਾਤਲ ਵੀ ਸਹੀ ਲਿਖਿਆ। ਕਵੀ ਇਸ ਤਰ੍ਹਾਂ ਕੋਈ ਨਹੀਂ ਹੁੰਦਾ, ਜਾਂ ਤਾਂ ਹੋਣਾ ਸੀ ਕਵੀ ਆ ਜਿਹੜਾ
ਤੇ ਜਾਂ ਹੋਣਾ ਚਾਹੀਦਾ ਸੀ ਆਹ ਕਾਵ। ਆਹ ਦੋਵੇਂ ਸਹੀ ਹੈ, ਪਰ ਆਹ ਨਹੀਂ ਕੋਈ ਹੈਗਾ ਕਵੀ, ਇਸ ਤਰ੍ਹਾਂ ਦਾ ਕੋਈ ਆਪਸ਼ਨ ਨਹੀਂ ਹੈ, ਇਸ ਕਰਕੇ ਆਹ ਆਪਸ਼ਨ ਕੱਟ ਗਿਆ। ਮਤਲਬ ਆਹ ਤੁਹਾਡਾ ਸਹੀ ਹੈ, ਆਹ ਸਹੀ ਹੈ। 4 ਨੰਬਰ ਅਸ਼ੁੱਧ ਸ਼ਬਦ ਰੂਪ ਆਪਾਂ ਚੁਣਨਾ ਸੀਗਾ। ਡੀ ਨੰਬਰ ਆਪਸ਼ਨ ਹੈ ਜਿਹੜਾ ਉਹ ਤੁਹਾਡਾ ਅਸ਼ੁੱਧ ਸ਼ਬਦ ਰੂਪ ਹੈ, ਸ਼ੁੱਧ ਨਹੀਂ ਗਾ। ਅੱਗੇ ਦੇਖੋ 18 ਨੰਬਰ ਸਹੀ ਸ਼ਬਦ ਕਿਹੜਾ ਹੈ, ਮਤਲਬ ਸ਼ੁੱਧ ਸ਼ਬਦ ਕਿਹੜਾ ਇਹਦੇ ਵਿੱਚੋਂ। ਭੂਮਿਕਾ, ਭੂਮਿਕਾ, ਭੂਮਿਕਾ ਤੇ ਭੂਮਿਕਾ। ਕਿਆ ਬਾਤ ਹੈ, ਦੇਖਿਆ ਇਸ ਤਰ੍ਹਾਂ ਦੇ ਆਪਸ਼ਨ ਮਿਲਣਗੇ ਤੁਹਾਨੂੰ ਖਤਰਨਾਕ ਜੇ। ਦੇਵੀਓ ਔਰ ਸੱਜਣੋ, ਇਸ ਤਰ੍ਹਾਂ ਦੇ ਪ੍ਰਸ਼ਨਾਂ ਵਾਸਤੇ ਤਿਆਰ ਰਹੋ ਤੁਸੀਂ। ਆਹ ਦੇਖ ਲਓ ਹੁਣ, ਆਹ ਦੇਖੋ ਐਂ ਲੱਗੀ ਜਾਂਦਾ ਵੀ ਆਹ ਤਾਂ ਚਲੋ ਇੱਕ ਵਾਰੀ ਸੋਚ ਲੈਂਦੇ ਵੀ ਤੁਸੀਂ ਕਹੋਗੇ ਨਹੀਂ ਆਹ ਤਾਂ ਨਹੀਂ ਲੱਗਦਾ, ਚਲੋ ਠੀਕ ਹੈ। ਤੇ ਆ ਵੀ ਚਲੋ ਆਹ ਦੇਖੋ ਇਸ ਤਰ੍ਹਾਂ ਦੇ ਇੱਕੋ ਭੂਮਿਕਾ ਕਿ ਭੂਮਿਕਾ। ਸਹੀ ਆਪਸ਼ਨ ਜਿਹੜਾ ਸਹੀ ਲਿਖਿਆ ਜਾਂਦਾ ਉਹ ਲਿਖਿਆ ਜਾਂਦਾ ਭੂਮਿਕਾ। ਆਹ ਜਿਹੜਾ ਬੀ ਨੰਬਰ ਭੂਮਿਕਾ ਸਹੀ, ਆਹ ਨੀਗਾ ਭੂਮਿਕਾ ਨੀਗਾ। ਆਹ ਡੀ ਨੰਬਰ ਆਪਸ਼ਨ ਗਲਤ ਹੈ, ਮਤਲਬ ਭੂਮਿਕਾ ਤੇ ਭੂਮਿਕਾ। ਆਹ ਆ ਭੂਮਿਕਾ, ਠੀਕ ਹੈ। ਜਿਹੜਾ ਸਹੀ ਸ਼ਬਦ ਹੈ ਜਿਹੜਾ ਇਹਦੇ ਵਿੱਚੋਂ ਤੁਹਾਡਾ ਬੀ ਨੰਬਰ ਆਪਸ਼ਨ ਹੈ ਜਿਹੜਾ ਇਹ ਸਹੀ ਹੋ ਗਿਆ ਜੀ, ਠੀਕ ਹੈ। ਭੂਮਿਕਾ ਯਾਦ ਰੱਖਣਾ। ਇਸ ਤਰ੍ਹਾਂ ਦੇ ਹੋਰ ਵੀ ਉਦਾਹਰਨ ਹੈ ਜਿਹੜੇ ਉਹ ਤੁਸੀਂ ਦੇਖ ਲੈਣੇ ਆ, ਠੀਕ ਹੈ, ਮਿਲਦੇ ਜੁਲਦੇ। ਅਗਲਾ ਪ੍ਰਸ਼ਨ, ਸਮਾਸੀ ਸ਼ਬਦ ਰੂਪਾਂ ਲਈ ਕਿਹੜਾ ਵਿਸ਼ਰਾਮ ਚਿੰਨ੍ਹ ਵਰਤਿਆ ਜਾਂਦਾ ਹੈ? ਨਹੀਂ ਵਰਤਿਆ ਜਾਂਦਾ ਹੈ ਬਾਈ, ਵਰਤਿਆ ਤਾਂ ਕਿਉਂ ਜਾਵੇ, ਵਰਤਿਆ ਜਾਵੇ, ਵਰਤਣਾ ਨਹੀਂ ਆਪਾਂ ਵਰਤਣਾ, ਠੀਕ ਹੈ, ਵਰਤਿਆ ਜਾਂਦਾ ਹੈ। ਸਮਾਸੀ ਸ਼ਬਦ ਰੂਪਾਂ ਲਈ ਕਿਹੜਾ ਵਿਸ਼ਰਾਮ ਚਿੰਨ੍ਹ ਵਰਤਿਆ ਜਾਂਦਾ ਹੈ? ਪੂਰਨ ਵਿਰਾਮ, ਡੰਡੀ, ਕਾਮਾ, ਜੋੜਨੀ। ਸੋ ਇਹਦੇ ਆਪਸ਼ਨ ਵੱਡੇ ਕਰਦਾ ਬਾਈ, ਪਤਾ ਤਾਂ ਲੱਗ ਹੀ ਗਿਆ ਵੀ ਸਮਾਸੀ ਸ਼ਬਦ ਰੂਪਾਂ ਵਾਸਤੇ ਕਿਹੜਾ ਵਿਸ਼ਰਾਮ ਚਿੰਨ੍ਹ ਵਰਤਦੇ ਆਪਾਂ। ਸਮਾਸੀ ਸ਼ਬਦ ਰੂਪਾਂ ਵਾਸਤੇ ਪੂਰਨ ਵਿਰਾਮ ਤਾਂ ਨਹੀਂ ਵਰਤਦੇ, ਨਾ ਆਪਾਂ ਡੰਡੀ ਵਰਤੀਏ, ਨਾ ਆਪਾਂ ਕਾਮਾ ਹੀ ਵਰਤਦੇ ਹਾਂ, ਜੋੜਨੀ ਹੁੰਦੀ ਹੈ। ਸਮਾਸੀ ਸ਼ਬਦ ਜਦੋਂ ਆਪਾਂ ਲਿਖਦੇ ਹਾਂ, ਜਿਵੇਂ ਦਿਨ ਰਾਤ ਲਿਖਿਆ ਆਪਾਂ, ਤੇ ਉਹਦੇ ਵਿੱਚ ਆ ਦੇਖੋ ਆ ਜੋੜਨੀ ਲਾਤੀ, ਦਿਨ ਰਾਤ, ਸਮਾਸੀ ਸ਼ਬਦ ਹੈ। ਲਓ ਜੀ ਇਹਦੇ ਵਿੱਚ ਆ ਜੋੜਨੀ ਲੱਗੀ ਹੋਈ, ਇਸ ਕਰਕੇ ਸਮਾਸੀ ਸ਼ਬਦ ਰੂਪਾਂ ਲਈ ਜੋੜਨੀ ਵਰਤੀ ਜਾਂਦੀ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਲਓ ਜੀ ਹੁਣ ਪ੍ਰਸ਼ਨ ਸ਼ੁਰੂ ਹੋ ਗਏ ਆਪਣੀ 10ਵੀਂ ਵਾਲੀ ਬੁੱਕ ਦੇ ਵਿੱਚੋਂ। ਸਰ ਕਿਵੇਂ ਦੇ ਪ੍ਰਸ਼ਨ ਬਣਨਗੇ ਤੁਹਾਨੂੰ ਇੱਕ ਇੱਕ ਕਰਕੇ ਸਾਰੇ ਦੱਸੀ ਜਾਊਂਗਾ, ਤੁਸੀਂ ਸਬਰ ਰੱਖੋ ਯਾਰ, ਐਵੇਂ ਨਾ ਕਰੋ, ਤੁਸੀਂ ਕਾਹਲ ਨਾ ਕਰੋ, ਜਲਦਬਾਜ਼ੀ ਨਾ ਕਰੋ। ਸਰ ਇਹਦੇ ਵਿੱਚੋਂ ਪ੍ਰਸ਼ਨ ਕਿਵੇਂ ਦੇ ਪੁੱਛਣਗੇ, ਇਹਦੇ 'ਚੋਂ ਕਿਵੇਂ, ਮੇਰੇ ਕੋਲ ਸਭ ਬਣੇ ਪਏ ਆ, ਸਭ ਕਰਵਾਊਂਗਾ ਹੌਲੀ ਹੌਲੀ। ਤੇ ਜਿਹੜਾ ਵੀ ਮੰਨ ਲਓ ਤੁਹਾਨੂੰ ਕੋਈ ਕਨਫਿਊਜ਼ਨ ਆ ਉਹਨੂੰ ਤੁਸੀਂ ਵਾਰੀ ਯਾਰ ਕੋਸ਼ਿਸ਼ ਕਰਿਆ ਕਰੋ, ਤੁਸੀਂ ਆਪਣਾ ਸਮਾਂ ਬਚਾਓ। ਤੁਸੀਂ ਐਪ ਵਗੈਰਾ ਤੇ ਮੰਨ ਲਓ ਕੋਈ ਮੈਸੇਜ ਵਗੈਰਾ ਕਰਦੇ ਹੋ, ਇਸ ਚੀਜ਼ ਦਾ ਤੁਸੀਂ ਧਿਆਨ ਰੱਖੋ ਥੋੜ੍ਹਾ ਜਿਹਾ, ਆਪਣੀ ਰਿਸਪੌਂਸਿਬਿਲਿਟੀ ਸਮਝੋ ਇਸ ਗੱਲ ਦੀ। ਮੈਂ ਤੁਹਾਨੂੰ ਕਿਹਾ ਨਾ ਵੀ ਇਹ ਜਿਹੜੀ ਹੈ ਨਾ ਇਹ ਕਾਕੇ ਇਸ਼ਕ ਤੇ ਜਿਹੜੀ ਪੜ੍ਹਾਈ ਹੈ ਨਾ, ਇਹ ਦੋਨੇ ਚੀਜ਼ਾਂ ਬਈ ਲੁਕ ਛੁਪ ਕੇ ਕੀਤੀਆਂ ਹੋਣ ਤੇ ਤਾਂ ਹੀ ਚੰਗੀਆਂ ਰਹਿੰਦੀਆਂ, ਠੀਕ ਹੈ। ਇਸ ਕਰਕੇ ਹਾਂ ਇਹ ਤੁਸੀਂ ਥੋੜ੍ਹਾ ਜਿਹਾ ਧਿਆਨ 'ਚ ਰੱਖਣਾ ਹੈ, ਠੀਕ ਹੈ। ਹੁਣ ਆਪਣੀ ਗੱਲ ਹੁਣ ਥੋੜ੍ਹੀ ਜਿਹੀ ਹੈ ਨਾ ਦਿਮਾਗ ਦੇ ਵਿੱਚ ਰੱਖਣੀ ਹੈ ਤੁਸੀਂ। ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਕਿੰਨੇ ਸ਼ਲੋਕ ਅਤੇ ਸ਼ਬਦ ਹਨ? ਬਾਬਾ ਸ਼ੇਖ ਫਰੀਦ ਜੀ ਨੇ 2 ਕਾਵਿ ਰੂਪਾਂ ਦੀ ਵਰਤੋਂ ਕੀਤੀ ਹੈ, ਦੋ ਐਵੇਂ ਜਿਵੇਂ ਸ਼ਲੋਕ ਤੇ ਸ਼ਬਦ ਹੈ ਨਾ, ਇਸ ਤਰ੍ਹਾਂ। ਤਾਂ ਇਹਦੇ ਵਿੱਚੋਂ ਜਦੋਂ ਤੁਸੀਂ ਪੜ੍ਹਦੇ ਹੋ 10ਵੀਂ ਵਾਲੀ ਜਿਹੜੀ ਬੁੱਕ ਹੈ ਉਹਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਉੱਥੇ 130 ਵੀ ਆਉਂਦਾ ਹੈ ਨਾ, ਇੱਕ ਜਗ੍ਹਾ 'ਤੇ 130 ਵੀ ਹੈ ਨਾ। ਹੁਣ ਤੁਸੀਂ ਮਾੜੀ ਜਿਹੀ ਗੱਲ ਸਮਝ ਲਓ, ਇੱਥੇ ਕੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬੇ ਸ਼ੇਖ ਫਰੀਦ ਦੇ ਨਾਮ ਹੇਠ 130 ਸ਼ਲੋਕ ਦਰਜ ਹਨ। ਨਾਮ ਹੇਠ, ਧਿਆਨ ਨਾਲ ਸੁਣ ਲਓ ਸ਼ਬਦਾਵਲੀ, ਧਿਆਨ ਨਾਲ ਸੁਣ ਲਓ ਸ਼ਬਦਾਵਲੀ, ਬਸ ਇੰਨੀ ਗੱਲ ਹੀ ਹੈ। ਸ਼ਬਦਾਵਲੀ ਸ਼ਬਦਾਂ ਦੀ ਖੇਡ ਹੈ। ਅਗਰ ਪੁੱਛਿਆ ਜਾਵੇ ਬਾਬਾ ਸ਼ੇਖ ਫਰੀਦ ਦੇ ਨਾਮ ਹੇਠ ਕਿੰਨੇ ਸ਼ਲੋਕ ਦਰਜ ਹੈ ਤਾਂ 130 ਹੈ। ਅਗਰ ਪੁੱਛਿਆ ਜਾਵੇ ਬਾਬਾ ਸ਼ੇਖ ਫਰੀਦ ਜੀ ਦੇ ਕਿੰਨੇ ਹਨ ਤਾਂ 112 ਹਨ। ਵਿੱਚੋਂ ਨਾਮ ਹੇਠ ਤਾਂ 130 ਦਰਜ ਹੈ। ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਸ਼ਲੋਕ ਸ਼ੇਖ ਫਰੀਦ ਕੇ, ਤੇ ਥੱਲੇ 130 ਆਉਂਦੇ ਆ। ਵਿੱਚ ਸ਼ਲੋਕ ਹੈ ਜਿਹੜੇ ਉਹ ਸਾਡੇ ਗੁਰੂਆਂ ਦੇ ਹੈ। ਵਿੱਚ ਕਿੰਨੇ 130 'ਚ 112 ਮਾਈਨਸ ਕਰੋਗੇ ਤਾਂ 18 ਸ਼ਲੋਕ ਤਾਂ ਗੁਰੂਆਂ ਦੇ ਹੈ ਵਿੱਚੋਂ, ਪਰ ਹੈ ਬਾਬੇ ਸ਼ੇਖ ਫਰੀਦ ਦੇ ਨਾਮ ਹੇਠ ਦਿੱਤੇ ਹੋਏ ਆ। ਉੱਤੇ ਸਰਲੇਖ ਸ਼ਲੋਕ ਸ਼ੇਖ ਫਰੀਦ ਕੇ, ਥੱਲੇ 130 ਦਿੱਤੇ ਆ। 130 ਦੇ ਵਿੱਚੋਂ ਬਾਬੇ ਸ਼ੇਖ ਫਰੀਦ ਨੇ ਕਿੰਨੇ ਸ਼ਲੋਕਾਂ ਦੀ ਰਚਨਾ ਕੀਤੀ ਹੈ ਜਾਂ ਬਾਬੇ ਸ਼ੇਖ ਫਰੀਦ ਦੇ ਕਿੰਨੇ ਹੈ ਤਾਂ ਉਹ ਹੈਗੇ 112। ਧਿਆਨ ਨਾਲ ਸੁਣ ਲਿਓ, ਵੀਡੀਓ ਨੂੰ ਪਿੱਛੇ ਅੱਗੇ ਪਿੱਛੇ ਕਰਕੇ ਫਿਰ ਧਿਆਨ ਨਾਲ ਸੁਣ ਲਿਓ ਗੱਲ, ਠੀਕ ਹੈ। ਸਮਝ ਕੇ ਗੱਲ ਨੂੰ ਧਿਆਨ ਨਾਲ। ਬਾਬੇ ਸ਼ੇਖ ਫਰੀਦ ਦੇ ਨਾਮ ਹੇਠ ਦਰਜ ਕਿੰਨੇ ਹੈ 130। ਉਹ ਇੱਕ ਜਿਹੜੇ ਨਾਮ ਹੇਠ ਦਰਜ ਹੈ 130 ਬਾਬੇ ਸ਼ੇਖ ਫਰੀਦ ਦੇ ਨਾਂ ਦੇ ਥੱਲੇ ਦਰਜ ਹੈ। ਨਾਮ ਹੇਠ ਮਤਲਬ ਨਾਂ ਦੇ ਥੱਲੇ ਹੈ 130 ਹੈ,
पर ਉਹਦੇ ਵਿੱਚੋਂ ਸਾਰੇ ਬਾਬੇ ਸ਼ੇਖ ਫਰੀਦ ਦੇ ਨਹੀਂ। ਕਿੰਨੇ ਆ ਬਾਬੇ ਸ਼ੇਖ ਫਰੀਦ ਦੇ? ਬਾਬੇ ਸ਼ੇਖ ਫਰੀਦ ਨੇ ਕਿੰਨੇ ਰਚੇ ਆ? 112। 18 ਜਿਹੜੇ ਵਿੱਚ ਸਾਡੇ ਗੁਰੂਆਂ ਦੇ ਸ਼ਲੋਕ ਹੈ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਇਸ ਕਰਕੇ ਆ ਆਪਸ਼ਨ ਤਾਂ ਕੱਟ ਗਿਆ, ਕਿਉਂਕਿ ਮੈਂ ਪ੍ਰਸ਼ਨ ਇਹ ਪੁੱਛਿਆ ਵੀ ਬਾਬਾ ਸ਼ੇਖ ਫਰੀਦ ਜੀ ਦੇ ਕਿੰਨੇ ਸ਼ਲੋਕ ਤੇ ਸ਼ਬਦ ਹਨ। 112 13 ਇਹ ਤਾਂ ਮੈਂ ਉਹੀ ਦੇਤਾ। 112 2 ਨਹੀਂ ਗਏ। ਅਗਰ ਤੁਸੀਂ ਸ਼ਬਦ ਵੀ ਦੱਸਣੇ ਆ, ਸ਼ਲੋਕ ਤੇ ਸ਼ਬਦ, ਸ਼ਬਦ ਆ ਜਿਹੜੇ ਉਹ 4 ਹੈ। ਸ਼ਬਦ 4 ਹੈ। 2 ਹੈਗੇ ਆ ਰਾਗ ਆਸਾ ਰਾਗ ਦੇ ਵਿੱਚ, ਤੇ 2 ਹੈਗੇ ਆ ਰਾਗ ਸੂਹੀ ਦੇ ਵਿੱਚ। ਠੀਕ ਹੈ ਬਾਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਹੈ। 31 ਰਾਗਾਂ ਦੇ ਵਿੱਚੋਂ 2 ਰਾਗਾਂ ਦੇ ਨਾਮ ਹੈ, ਇੱਕ ਆਸਾ ਰਾਗ ਹੈ, ਇੱਕ ਸੂਹੀ ਰਾਗ ਹੈ। ਉਹਨਾਂ ਦੇ ਵਿੱਚ 2-2 ਸ਼ਬਦ ਹੈ, ਮਤਲਬ 4 ਸ਼ਬਦ ਹੈ। ਜਿਹੜਾ C ਨੰਬਰ ਆਪਸ਼ਨ ਹੈ ਤੁਹਾਡਾ ਸਹੀ ਹੈ। ਬਾਬੇ ਸ਼ੇਖ ਫਰੀਦ ਜੀ ਦੇ 112 ਸ਼ਲੋਕ ਹੈ, 4 ਸ਼ਬਦ ਹੈ। ਠੀਕ ਹੈ ਬਾਈ, ਇਹ ਤੁਸੀਂ ਯਾਦ ਰੱਖਣਾ। ਇਹ ਪ੍ਰਸ਼ਨ ਹੁਣ ਇਹਦੀ ਪਿਛਲੀ ਥਿਉਰੀ ਯਾਦ ਰੱਖਿਓ। ਅਗਲਾ ਪ੍ਰਸ਼ਨ ਹੈ, ਮੈਂ ਤੁਹਾਨੂੰ ਦੱਸਿਆ ਨਾ ਬਈ 10ਵੀਂ ਵਾਲੀ ਕਿਤਾਬ ਦੇ ਵਿੱਚ ਕਿਤੋਂ ਵੀ ਪ੍ਰਸ਼ਨ ਬਣ ਸਕਦਾ, ਤੁਸੀਂ ਰਿਸਕ ਨਹੀਂ ਲੈ ਸਕਦੇ। ਕਿਤੋਂ ਵੀ ਦਾ ਮਤਲਬ ਕਵਿਤਾ ਦੇ ਵਿੱਚੋਂ, ਕਿਤੋਂ ਵੀ ਦਾ ਮਤਲਬ ਜੀਵਨ ਤੇ ਰਚਨਾ ਕਵੀ ਦਾ ਦਿੱਤਾ ਹੈ ਕਿਸੇ ਲੇਖਕ ਦਾ, ਉਹਦੇ ਵਿੱਚੋਂ ਪ੍ਰਸ਼ਨ ਬਣਾ ਸਕਦਾ ਹੈ ਐਗਜ਼ਾਮੀਨਰ। ਉਹਨੂੰ ਤੁਸੀਂ ਰੋਕ ਥੋੜਾ ਸਕਦੇ ਆ। ਤੁਸੀਂ ਕੋਈ ਰਿਟ ਲਾ ਦੋਗੇ ਇੱਥੇ? ਨਹੀਂ ਲਾ ਸਕਦੇ। ਇਸ ਕਰਕੇ ਹਰ ਸੰਭਵ ਸਥਿਤੀ ਵਾਸਤੇ ਤਿਆਰ ਰਹਿਣਾ ਤੁਸੀਂ। ਅਗਲਾ ਪ੍ਰਸ਼ਨ ਹੈ ਵੀ ਫਰੀਦ ਜੀ ਨੇ ਰੱਬ ਦਾ ਵਾਸ ਕਿੱਥੇ ਦੱਸਿਆ ਹੈ? ਫਰੀਦਾ ਜੰਗਲ ਜੰਗਲ ਕਿਆ ਭਵਹੇ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਟੁੰਡੇ। ਆ ਗਿਆ ਸ਼ਲੋਕ ਯਾਦ ਦਿੱਤਾ ਹੋਇਆ ਨਾ। ਹਾਂ, ਬਾਬਾ ਸ਼ੇਖ ਫਰੀਦ ਕਹਿੰਦਾ ਕੀ ਜੰਗਲਾਂ 'ਚ ਲੱਭਦਾ ਫਿਰਦਾ, ਰੱਬ ਤਾਂ ਇੱਥੇ ਵਸਦਾ ਹੈ। ਫਰੀਦ ਜੀ ਨੇ ਰੱਬ ਦਾ ਵਾਸ ਕਿੱਥੇ ਦੱਸਿਆ? ਹਿਰਦੇ 'ਚ, ਜੰਗਲ 'ਚ, ਮਸਜਿਦ 'ਚ, ਅਸਮਾਨ 'ਚ। ਬਾਬੇ ਸ਼ੇਖ ਫਰੀਦ ਨੇ ਰੱਬ ਦਾ ਵਾਸ ਹਿਰਦੇ ਵਿੱਚ ਦੱਸਿਆ। ਕਹਿੰਦਾ ਨਾ ਵਸੀ ਰੱਬ ਹਿਆਲੀ ਹੈ, ਵਸੀ ਵਸਦਾ ਹੈ ਰੱਬ ਪਰਮਾਤਮਾ, ਹਿਆਲੀ ਹੈ ਹਿਰਦੇ ਵਿੱਚ। ਪਰਮਾਤਮਾ ਦਾ ਵਾਸਾ ਕਿੱਥੇ ਹੈ? ਹਿਰਦੇ ਵਿੱਚ ਹੈ। ਸ਼ਲੋਕਾਂ ਦੀ ਵਿਆਖਿਆ ਧਿਆਨ ਹੋਣੀ ਚਾਹੀਦੀ ਹੈ ਤੁਹਾਨੂੰ। ਅਗਲਾ ਪ੍ਰਸ਼ਨ, ਨਿਵਾਤ ਦਾ ਕੀ ਅਰਥ ਹੈ ਬਾਈ? ਸ਼ੱਕਰ, ਖੰਡ, ਗੁੜ, ਮਿਸ਼ਰੀ। ਲਓ ਇੱਕ ਹੋਰ ਸ਼ਲੋਕ ਬਾਬੇ ਸ਼ੇਖ ਫਰੀਦ ਦਾ ਪੜ੍ਹ ਲਓ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਕਿੰਨੀਆਂ ਮਿੱਠੀਆਂ ਚੀਜ਼ਾਂ ਦੇ ਨਾਮ ਗਿਣਾਏ ਬਾਬਾ ਸ਼ੇਖ ਫਰੀਦ ਨੇ। ਕਹਿੰਦੇ ਕਿੰਨੀਆਂ ਵੀ ਮਿੱਠੀਆਂ ਭਾਵੇਂ, ਪਰ ਰੱਬ ਦਾ ਨਾਮ ਸਭ ਤੋਂ ਮਿੱਠਾ ਹੈ। ਰੱਬ ਨਾ ਪੁੱਜਣ ਤੁਧ। ਰੱਬ ਦੇ ਨਾਮ ਦੀ ਮਿਠਾਸ ਤੱਕ ਨਹੀਂ ਪੁੱਜ ਸਕਦੀਆਂ ਇਹ ਚੀਜ਼ਾਂ। ਦੇਖ ਲਓ ਕਿਹੜੀਆਂ ਕਿਹੜੀਆਂ। ਫਰੀਦਾ ਸ਼ੱਕਰ, ਖੰਡ, ਨਿਵਾਤ। ਨਿਵਾਤ ਕਹਿੰਦੇ ਆ ਮਿਸ਼ਰੀ ਨੂੰ। ਨਿਵਾਤ ਦਾ ਕੀ ਅਰਥ ਹੈ? ਮਿਸ਼ਰੀ। ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ ਮਾਂਜਾ ਦੁੱਧ। ਮਾਖਿਓ ਮਤਲਬ ਮਾਖੋ ਸ਼ਹਿਦ, ਦੁੱਧ। ਇਹ ਚੀਜ਼ਾਂ ਮਿੱਠੀਆਂ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਕਿੰਨੀਆਂ ਵੀ ਮਿੱਠੀਆਂ ਭਾਵੇਂ, ਰੱਬ ਦੇ ਨਾਮ ਜਿੰਨੀਆਂ ਮਿੱਠੀਆਂ ਨਹੀਂ। ਠੀਕ ਹੈ ਬਾਈ, ਠੀਕ ਹੈ ਬਾਈ, ਗੱਲ ਸਮਝ ਆ ਗਈ ਕਿ ਨਹੀਂ? ਅਗਲਾ ਪ੍ਰਸ਼ਨ, ਗਗਨ ਮੈਂ ਥਾਲ ਸ਼ਬਦ ਅਨੁਸਾਰ ਪਰਮਾਤਮਾ ਦੀ ਆਰਤੀ ਕੌਣ ਕਰ ਰਿਹਾ ਬਈ? ਪ੍ਰਸ਼ਨ ਮੈਂ ਪੂਰਾ ਪੜ੍ਹਤਾ ਅੱਗੋਂ ਤੱਕ, ਤੁਸੀਂ ਦੇਖ ਲਿਓ ਜਰਾ। ਮੈਂ ਪ੍ਰਸ਼ਨ ਦੁਬਾਰੇ ਪੜ੍ਹ ਦਿੰਦਾ। ਹਾਂ ਇੱਕ ਮਿੰਟ ਇਹ ਦਿਖਾ ਦਿੰਦਾ ਤੁਹਾਨੂੰ, ਫਿਰ ਇਹਨੂੰ ਛੋਟਾ ਕਰ ਲਾਂਗੇ ਆਪਾਂ। ਹਾਂ, ਗਗਨ ਮੈਂ ਥਾਲ ਸ਼ਬਦ ਅਨੁਸਾਰ ਪਰਮਾਤਮਾ ਦੀ ਆਰਤੀ ਕੌਣ ਕਰ ਰਿਹਾ? ਇਹ ਜਿਹੜਾ 10ਵੀਂ ਜਮਾਤ ਦੇ ਵਿੱਚ ਜਦੋਂ ਤੁਸੀਂ ਗੁਰੂ ਨਾਨਕ ਦੇਵ ਜੀ ਜਿਹੜਾ ਪਾਠ ਪੜ੍ਹਦੇ ਹੋ ਤਾਂ ਉਹਦੇ ਵਿੱਚ ਗਗਨ ਮੈਂ ਥਾਲ ਸਿਰਲੇਖ ਅਧੀਨ ਆਰਤੀ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਉਚਾਰੀ ਹੈ ਉਹ ਦਿੱਤੀ ਹੋਈ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ लो पवन चवरो करे, सगल बन राय फूलंत ज्योति, कैसी आरती होए पव खंडना तेरी आरती, अनहता शब्द वाजंत पेरी रहाओ, सहस तव नैन नन नैन है तोहे कौ, सहस मूर्त नना एक तोही, सहस पद विमल नन एक पद गंध बिन, सहस तव गंध विचलत मोही, सब मह जोत जोत है सोए, तिस दा चानन सब मह चानन होए, गुर साखी जोत प्रगट होए, जो तिस भावै सो आरती होए, हर चरण कवल मकरंद लोभित मनो अनदनो, मोह आही प्यासा, कृपा जल देह नानक सारंग को, होए जाते तेरा नाम वासा। आही आरती है। ठीक है भाई। सो ये है जिहड़ा गगन मैं थाल शब्द अनुसार परमात्मा की आरती कौन कर रहा? मैं पहला ऑप्शन पाया भी तुसीं इत्थे ही कन्फ्यूज हो। गुरु नानक देव जी, संसार, कुदरत, सृष्टि, ये देखो ये शब्द उचारिया जिहड़ा ये तो गुरु नानक देव जी ने उचारिया, पर शब्द अनुसार शब्द की व्याख्या दे विच परमात्मा की आरती गुरु नानक देव जी नहीं कर रही, परमात्मा की आरती कुदरत कर रही है। देखो गगन मैं थाल रव चंद दीपक बने, मतलब पूरा गगन पूरा आसमान एक थाल दी न्याई। ठीक है। रव चंद चंद चंद्रमा, रव सूरज, दोने आ जिहड़े वो थाल दे विच रखे दीवे।
रव चंद दीपक बने तारका मंडल जनक मोती। तो जिन्ने भी तारे है जेड़े वो मोती मोती भी तो चाहिए आरती वास्ते है। धूप मल आन लो, मल्या पर्बत तो जी सुगंधित हवा चलती है जी वो है जी धूप का काम कर रही है। सुगंधित आरती जो आप करते हैं, जो आप भौतिक रूप च आरती करते हैं तो उदों धूप भी चाहिए। धूप मल आन लो, पवन चवरो करे, जी पवन हवा चलती है वो चावर साहब कर रही है। सगल बन राए फूलंत ज्योति, फुलों की वर्खा सारी बन राए बनस्पति कर रही है। आरती कौन कर रहा है हुण? ये आसमान तारे चंद सूरज तो हवा चलती है जी। तो यह जड़ियाँ चीज़ां जड़ियाँ किहदे च आउंदियां? कुदरत विच आउंदियां। परमात्मा की आरती कौन कर रहा है? कुदरत कर रही है। ठीक है, शब्द गुरु नानक देव जी का है। गुरु नानक देव जी नहीं कर रहे आरती शब्द अनुसार, परमात्मा की आरती कुदरत कर रही है। भाई गुरु नानक देव जी ने तो एक आरती करने का उत्ते तरीका दस्या भी कुदरत किवें कर रही है, ये गल दसी है गुरु नानक देव जी ने। अगला प्रश्न है, 7 वारा किस गुरु की रचना है? एक ऑप्शन थले बुल्ले शाह भी पा रखा भाई, देख लो 7 वारा किस गुरु की रचना? गुरु नानक देव जी, गुरु अमरदास जी, गुरु अंगद देव जी, थले बुल्ले शाह। पहला तो प्रश्न मैं तुहानूं दस्सिया ना, प्रश्न ध्यान नाल पढ़ना है देवियों और सज्जनों, प्रश्न ध्यान नाल पढ़ना है। 7 वारा किस गुरु की रचना है? गुरु पूछा, यदा मतलब भी बुल्ले शाह तो नहीं है, क्योंकि बुल्ले शाह गुरु थोड़ा है, बुल्ले शाह तो सूफी कवि है। गुरु का मतलब साढ़े गुरु है, 10 गुरुआं दे विचों आपां उन्हां नूं कहने गुरु की रचना। आपां ऐ थोड़ा कहने भी बुल्ले शाह गुरु है, हाशम शाह गुरु है, एवें नहीं कहते होंगे है ना। इस करके गुरु शब्द है जिहड़ा साढ़े गुरुआं वास्ते वरतदे आपां। मतलब ऑप्शन तो 3 ही रह गए, 4 नंबर जो थले ऑप्शन है वो कट गया भाई। बुल्ले शाह गुरु नहीं गा, गुरु पूछा गुरु नानक देव जी, गुरु अमरदास जी, गुरु अंगद देव जी। सो ये 7 वारा मतलब की है हफ्ते के 7 दिनों आधार बना के रची हुई कविता। मैं मोटे रूप च ही दसदा तुहानूं। 7 वारा एक लोक काव्य रूप है जिमें, तो गुरु अमरदास जी ने रचिया भाई। इसका सही उत्तर है जोड़ा ये गुरु अमरदास जी है। हुण गुरु नानक देव जी तो गुरु अमरदास जी इन्हां दी जिहड़ी बाणी दित्ती हुई है रचना 10वीं वाली बुक दे विच वो पढ़नी है। उस तो इलावा नहीं गुरुआं दा इतिहास नहीं पढ़न बह जाना, 11वीं 12वीं वाली बुक चों नहीं पढ़ना कुछ भी, 10वीं वाली बुक चों ढंग नाल पढ़ लिओ, प्रश्न इसे चों ही बनना है। अगला प्रश्न, मन तू जोत स्वरूप है, शब्द विच जोत तो की भाव है? रोशनी, दीवा, अंश, आत्मा। मन तू जोत स्वरूप है, इस शब्द दे विच बई जोत तो की भाव है? ये तुहाडा 25 नंबर प्रश्न है जिहड़ा देखिया मैं तुहानूं दस्सिया सी ना भी व्याख्या तुहानूं आउणी बहुत जरूरी है ना। तो ये जदों तुसीं पढ़दे हो तो ये देखना तुसीं सब तो पहला काम तुहाडा की है, 10वीं वाली बुक चक्कनी है, उहदे विचों देखना है भी ये साडे किहड़े गुरु की रचना है। ठीक है, किहड़े गुरु ने साडे रचना की है। फिर उस तो बाद मन तू जोत स्वरूप है, हे मन तू जोत स्वरूप है। जोत अंश है परमात्मा दी, जोत का मतलब ज्योति, अंश परमात्मा का अंश है एक, मतलब तू परमात्मा का ही हिस्सा है, एक अंश है तू। जोत तो मतलब रोशनी, दीवा, आत्मा, इहदे चों नहीं कोई करना गा। मन तू जोत स्वरूप है मतलब ज्योति तो की भाव है भाई कि इहदा अर्थ की बनता है, हे मेरे मन तू उस परमात्मा दी अंश रूप है, उहदा एक हिस्सा है परमात्मा का, तू अंश है। अगला प्रश्न, गुरु रामदास जी की रचना नहीं है, इहदे विचों किहड़ी बाणी है जिहड़ी गुरु रामदास जी ने नहीं रची? 12वां, करहला, बनजारा जां लावां। सो यह है जिहड़ा इहदे विच देख लो तुसीं। हुण गुरु रामदास जी वाला तुसीं पढ़ लिओ ध्यान नाल, उहदे विच करहला भी लिखिया होया। करहला ऊठ नूं कहा जांदा है, ऊठ नूं कहा जांदा, कैमल जिन्हों आप कहते हैं अंग्रेजी च, ऊठ नूं कहंदे आ करहला। ये बाणी करहला जिहड़ी बाणी है गुरु रामदास जी की रची हुई है, गुरु ग्रंथ साहिब जी दे अंकत आ, ये तो हैगी है। लावा गुरु रामदास जी ने रचियां। लावा सिख रहत मर्यादा दे विच जिहड़ी विआह वाली रस्म है उन्होंने निभाउण वास्ते जिहड़ी बाणी पढ़ी जाती है लावा 4, फेरे हुंदे आ 7 ते लावा हुंदियां 4। ठीक है भाई, 4 लावा कितनी 4 लावां की रचना गुरु रामदास जी ने लावां का पाठ दिता होया। हाँ मैनू याद आ गया, मैनू किसी स्टूडेंट ने भी कहा सी सर लावां के पाठ की व्याख्या। चल मैं अगली वीडियो च करूँगा चंगा, क्योंकि ये दोबारे फिर आ जाने हैं प्रश्न है ना। उदों गुरु रामदास जी वाला एक और प्रश्न होगा, मैं अगले च करूँगा। अज थोड़ा जा क्योंकि ये थक्या ना, 2 दिन हो गए एग्जाम के ड्यूटी सी ना, तो फिर तुसी थोड़ा जा है ना, मैं दसूँगा अगली वीडियो च दस दूँगा, जरूर दसूँगा। स्टूडेंट ने कहा सी सर मैं स्कूले पढ़ाना है, तो मैं इनू कल परसों तक ही दस दूँगा, कोई नहीं, कोई दिक्कत नहीं। ठीक है भाई, लावां की व्याख्या कर देंगे, कोई दिक्कत ही नहीं।
गुरु महाराज की कृपा, गुरु रामदास जी की कृपा अपने ते बई अपने सिर ते हत्थ आ गुरु रामदास जी का, कोई दिक्कत नहीं। 12वां ते वणजारा, लो भी वणजारा रचना है जी, ये भी गुरु रामदास जी की है वणजारा। तो हुण रह गया जी 12वां गुरु रामदास जी ने नहीं रची। 12वां है जी वो गुरु नानक देव जी की लिखी हुई है। अगर तुसी 10वीं पढ़ रहे हो गुरु नानक देव जी, तो मैनू लगता है भी 10वीं वाली बुक दे विच गुरु अर्जन देव जी ने दिता होया है ना। 12वां 2 गुरुओं ने रची है बई, 12वां गुरु नानक देव जी ने लिखी है तो गुरु अर्जन देव जी ने लिखी है, ठीक है। ये भी तुसी ध्यान च रखना। 12वां रचना जी वो गुरु रामदास जी की नहीं गी, बाकी सारियां, इस करके सही ऑप्शन तुहाडा हो गया। अगला प्रश्न, मियाँ वजीद ने किन्ने श्लोकां की रचना की? मियाँ वजीद सूफी काव्य दे विच हास रस व्यंग करने वाला जिहड़ा कवि है मियाँ वजीद है ना, संसार की कहानी वंड उपर है ना वो करदा अपने एक चोट करदा है। एक ना दे घर पुत एक ना घर पोतरे है ना, एक ना दे घर धियां धियां घर दोतरे, एक ना दे घर एक ते ओ भी जाए मर, वजीदा कौन साहिब नूं आखे इउं नहीं इंज कर। ये है जड़े है ना, इस तरह के श्लोक है जिहड़े मियाँ वजीद ने किन्ने श्लोकां की रचना की? 33, 28, 2, 40। सो ये तुहानूं पता ही है सारिਆਂ ਨੂੰ है ना, ये सही रखने हैं तुसीं ध्यान दे विच भी 33 तूतीए आ है ना, इस तरह करके रचनावां दे रखियां। 40 श्लोकां की रचना की है मियाँ वजीद ने। सही उत्तर डी नंबर ऑप्शन तुहाडा, ठीक है। अगे अगला प्रश्न, बुल्ले शाह ने किन्नियां काफियां की रचना की? ध्यान च रखना है भी सिर्फ तो सिर्फ 10वीं वाली बुक दे विच की दे रखिया, उन्होंने ही तुसीं आधार बनाउणा है। 10वीं वाली बुक ज़्यादा ज्ञान नूं कुछ नहीं, तुसीं एवें ज्ञान ज बाला चट्टना नहीं है। इस मौके की है 3rd ग्रेड ते फोकस करना है ना भी। मैनू किते ऐ दिखाई जाओ भी सर 11वीं वाली बुक च लिखा, मैनू पता है सारा, क्योंकि मैं पढ़ा के थक गया बई। मैं स्कूल दे विच सीधा यह दसदा भी आ बच्चों मैं बहुत पढ़ा चुके हैं, इस करके मैनू तो पता है। पर मैं तुहानूं की कहना भी 10वीं वाली बुक आधार है 3rd ग्रेड दे विच। 11वीं 12वीं की बुक का जिक्र नहीं किया, मैंशन नहीं किया उन्हें। 10वीं वाली बुक को ध्यान च रखना, कितने अगे पिछे हो सकता है। काफियां की जी गिणती है जी घट वध हो सकती है, तो 10वीं वाली बुक के की गिणती दी हुई है वो याद रखनी है तुसीं, है ना। 10वीं वाली बुक के 156 काफियां दित्तियां हुई हैं, ठीक है बई। ये तुसीं ध्यान च रखना, 10वीं वाली बुक के अनुसार ही चलना। तुसीं इहदा सही उत्तर 28 नंबर का तुसीं बुक च ध्यान नाल देख लेना बुल्ले शाह दी रचनावां दे विच भी किन्नियां काफियां की रचना की। अगला प्रश्न, बुल्ले शाह ने किस काफी विच अपने आप नूं परमात्मा नाल अभेद दस्या है? आ लो, इस तरह का भी प्रश्न, ये औखा प्रश्न बनाया एक मैं, है ना, मैं जान बुझ के बनाया। मैं कहा तुसीं इहदे तो भी तुसीं थोड़ा जिहा ना, जिवें तुसीं इहनूं थोड़ा जिहा वधिया तरीके नाल ढंग नाल याद कर लो भी आओ सईओ रल दिओ नी वधाई। ये भी तुसीं थोड़ी जी ध्यान नाल देख लो। ये चारे दियां चारे काफियां 10वीं वाली बुक च दे रखियां, है ना। बस कर जी हुण बस कर जी, ते उल्टे होर जमाने आए, अगे आ 4 नंबर बुल्ला की जाना मैं कौन, है ना। हुण इहदे विच अपने आप नूं परमात्मा नाल अभेद आ जिहड़ी 4 नंबर जिहड़ी हैगी ऑप्शन 4 नंबर काफ़ी है जिहड़ी बुल्ला की जाना मैं कौन। इहदे विच बुल्ले शाह कहंदा मैनूं पता ही नहीं मैं कौन है, मतलब मैं परमात्मा दे विच ही अभेद हो गया। बुल्ले शाह अपने आप नूं परमात्मा दसदा पर अहंकार चा के नहीं, मतलब अभेद हो गया उहदे विच। हुण कोई चीज़ आ जिवें मान लो भी दुध है, दुध दे विच थोड़ा जिहा दुध रलाता, अभेद हो गया एक दूजे विच। ते हुण जिहड़ा थोड़ा दुध रलिया ते वो कवे भी मैं मतलब की है भी जिवें एवें बुल्ले शाह बाबा कहंदा, वो कहंदा भी मैं मतलब परमात्मा ही है हुण। तां इस करके बहुत सारे जिहड़े सूफी कवि आ उन्हां नूं ये जिहड़ी हैंदी आ ये अवस्था है जिहड़ी ये जिहड़ी सूफी काव्य दे विच जिहड़ी आउंदी है अपने आप नूं परमात्मा 'च ही अभेद हो जाना। तो इस करके बहुत सारे सूफी कवियां नूं संकटां दा मुसीबतां दा सामना करना पिया भी उन्होंने मुसलमानों ने सवाल किए भी भाई तुसीं एक परमात्मा किवें हो सकते हैं, पर उन्होंने अवस्था का नहीं पता। जिहड़े आम सवाल करने वाले उन्होंने अवस्था ही नहीं पता भी वो तो उस अवस्था ते आ गए है जिथे आत्मा परमात्मा का मिलन हो गया। उत्थे जिहड़ी क्योंकि परमात्मा का ही अंश है, एक जीव है परमात्मा का हिस्सा है। जिवें तुसीं पिछे पढ़ के गए मन तू जोत स्वरूप है, तो वह तो अंश है, अंश मिल गया उहदे विच ते वह तो उहदे विच है, अभेद हो गया। बुल्ले शाह परमात्मा दे विच अभेद हो गया, तो परमात्मा ते बुल्ले शाह दे विच कोई फर्क नहीं रह गया। ये अवस्था है जिहड़ी हंकार की अवस्था नहीं गी, ये हैगी एक किहड़ी है जिहड़ी आ जिहड़ी बुल्ला की जाना मैं कौन, इस काफी दे विच बुल्ले शाह ने दस्सिया। अगला प्रश्न, भाई वीर सिंह जी दे किहड़े काव्य संग्रह नूं भारती साहित्य अकादमी पुरस्कार मिलिया? इहदे विच जिहड़े दिते हुए ऑप्शन बिजलियां दे हार, मेरे साईयां जीओ, सुनेहड़े ते वड्डा वेला। इहदे विचों भाई वीर सिंह जी दीयां दो है ना उपर जिहड़े काव्य संग्रह है, बिजलियां दे हार ते मेरे साईयां जीओ। सुनेहड़े तां अमृता प्रीतम दी है, वड्डा वेला प्रोफैसर मोहन सिंह जी दी है ना।
ਕਾਵ ਸੰਗ੍ਰਹਿ। ਤਾਂ ਭਾਈ ਵੀਰ ਸਿੰਘ ਜੀ ਦੇ ਮੇਰੇ ਸਾਈਆਂ ਜੀ ਉਹ ਜਿਹੜਾ ਹੈਗਾ ਕਾਵ ਸੰਗ੍ਰਹਿ, ਇਹਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਹੁਣ ਤੁਹਾਡਾ ਇਹ ਫਰਜ਼ ਹੈ ਵੀ ਜਿੰਨੇ ਵੀ ਕਵੀਆਂ ਨੂੰ, ਜਿੰਨੇ ਵੀ ਲੇਖਕਾਂ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ 10ਵੀਂ ਵਾਲੀ ਬੁੱਕ ਦੇ ਵਿੱਚ ਉਹਦੀ ਇੱਕ ਬਕਾਇਦਾ ਲਿਸਟ ਬਣਾ ਲਿਓ। ਪ੍ਰਸ਼ਨ ਆਉਣ ਦੇ ਪੂਰੇ ਚਾਂਸ ਹੈ ਇਸ ਤਰ੍ਹਾਂ ਦੇ। ਅਗਲਾ ਪ੍ਰਸ਼ਨ ਹੈ, ਪ੍ਰੀਤ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ? ਆਹ ਕੀ ਬਾਤ ਹੈ। ਮੋਹਨ ਸਿੰਘ, ਪੂਰਨ ਸਿੰਘ, ਭਾਈ ਵੀਰ ਸਿੰਘ, ਧਨੀ ਰਾਮ ਚਾਤਰਕ। ਪ੍ਰੀਤ ਦਾ ਕਵੀ ਤਾਂ ਬਾਈ ਪੱਕਾ ਹੀ ਹੈ। ਮੋਹਨ ਕਿੰਜ ਬਣਦਾ ਤੂੰ ਸ਼ਾਇਰ ਜੇਕਰ ਮੈਂ ਨਾ ਮਰਦੀ। ਇਹ ਕੌਣ ਕਹਿੰਦਾ ਹੈ? ਪ੍ਰੀਤ ਦਾ ਕਵੀ ਕੌਣ ਹੈ? ਮੋਹਨ ਸਿੰਘ ਹੈ ਨਾ, ਪ੍ਰੀਤ ਦਾ ਕਵੀ ਹੈ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਹੈ ਬਾਈ। ਅਗਲਾ ਪ੍ਰਸ਼ਨ, 1947 ਦੇ ਫਸਾਦਾਂ ਨਾਲ ਸੰਬੰਧਿਤ ਕਵਿਤਾ ਹੈ। ਲਓ ਵੀ ਇਸ ਪ੍ਰਸ਼ਨ ਤੇ ਵੀ ਮਤਭੇਦ ਰਹੇ ਹੈ ਨਾ। ਕਈ ਵਾਰੀ ਮੈਂ ਬਹੁਤ ਕੰਟਰੋਵਰਸੀ ਵਾਲੇ ਕੰਮ ਕਰ ਜਾਂਦਾ, ਮੈਨੂੰ ਖੁਦ ਤੇ ਹੈਰਾਨਗੀ ਹੋ ਜਾਂਦੀ ਹੈ ਵੀ ਹੈ ਸਿਮਰਜੀਤ ਆਹ ਕੀ ਕਰ ਬੈਠੇ। ਸੋ ਇਹ ਆ ਜਿਹੜਾ ਹਾਂ ਇਹਦਾ ਵੀ ਮੈਂ ਦੇਖੋ ਕਲੀਅਰ ਕਰਦਾ। ਅਸਲ ਦੇ ਵਿੱਚ ਕੀ ਆ, 1947 ਦੇ ਫਸਾਦਾਂ ਨਾਲ ਸੰਬੰਧਿਤ ਕਵਿਤਾ ਕੁਝ ਕਿਹਾ ਤਾਂ ਗੁਰੂ ਨਾਨਕ ਨੂੰ ਤੇ ਵਾਰਿਸ਼ਾ ਤੇ ਚਾਲਣ ਦੀ ਫੁਲਕਾਰੀ ਨਹੀਂ ਬਈ, ਚਾਨਣ ਦੀ ਫੁਲਕਾਰੀ। ਚਾਲਣ ਵਾਲੀ ਕਿਹੜੀ? ਕੋਈ ਚਾਲਣ ਵਾਲੀ ਫੁਲਕਾਰੀ ਨਹੀਂ। ਫੁਲਕਾਰੀ ਥੋੜਾ ਚੱਲਦੀ ਹੈ, ਫੁਲਕਾਰੀ ਤਾਂ ਲੈ ਕੇ ਚੱਲਦੀ ਹੁੰਦੀ ਹੈ, ਫੁਲਕਾਰੀ ਇਕੱਲੀ ਨਹੀਂ ਚੱਲਦੀ। ਚਾਨਣ ਦੀ ਫੁਲਕਾਰੀ, ਠੀਕ ਹੈ ਬਾਈ। ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ, ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ। ਕੁਛ ਕਿਹਾ ਤਾਂ ਇਹ ਤਾਂ ਸੁਰਜੀਤ ਪਾਤਰ ਦੀ ਹੈ ਨਾ ਗਜ਼ਲ। ਇੱਕ ਗਜ਼ਲ ਹੈ ਜਿਹੜੀ 1947 ਦਾ ਕੋਈ ਜ਼ਿਕਰ ਨਹੀਂ ਹੈ ਇਹਦੇ ਵਿੱਚ ਹੈ ਨਾ, ਕਵੀ ਸੁਰਜੀਤ ਪਾਤਰ ਜੀ ਦੀ ਰਚਨਾ ਹੈ। ਸੋ ਇਹ ਹੈ ਜਿਹੜੀ, ਇਹ ਤਾਂ ਹੈ ਨਹੀਂ, ਆਪਸ਼ਨ ਕੱਟ ਗਿਆ। ਗੁਰੂ ਨਾਨਕ ਨੂੰ ਇਹ ਪ੍ਰੋਫੈਸਰ ਮੋਹਨ ਸਿੰਘ ਦੀ ਹੈ ਨਾ, ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ। ਅੱਗੇ ਮੈਂ ਦਿੱਤਾ ਹੋਇਆ ਆਪਸ਼ਨ ਇਸ ਆਪਸ਼ਨ ਤੇ ਸੀ ਵਾਰਿਸ਼ਾ। ਅਸਲ ਦੇ ਵਿੱਚ ਕੀ ਆ, ਮੈਂ ਆ ਪਾਤੀ ਤਾਂ ਇਹ ਕੀ ਆ ਵੀ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦਾ ਨਾਮ ਵਾਰਿਸ਼ਾ ਨੀਗਾ। ਇਹ ਮੈਂ ਜਾਣ ਬੁੱਝ ਕੇ ਐਵੇਂ ਦੇ ਪਾਏ, ਮੈਂ ਕਿਹਾ ਵੀ ਤੁਸੀਂ ਕਵਿਤਾਵਾਂ ਦੇ ਸਿਰਲੇਖ ਵੀ ਢੰਗ ਨਾਲ ਯਾਦ ਰੱਖੋ। ਅਸਲ ਦੇ ਵਿੱਚ ਸਿਰਲੇਖ ਆ ਨੀਗਾ, ਸਿਰਲੇਖ ਤਾਂ ਉਹ ਆ ਅੱਜ ਆਖਾਂ ਵਾਰਿਸ਼ਾ ਨੂੰ। ਹੁਣ ਆ ਨੀਗਾ, ਕਵਿਤਾ ਦਾ ਨਾਮ ਵਾਰਿਸ਼ਾ ਤਾਂ ਨੀਗਾ ਬਾਈ। 10ਵੀਂ ਵਾਲੀ ਬੁੱਕ ਦੇ ਹਿਸਾਬ ਨਾਲ ਕਹਿ ਰਿਹਾ ਮੈਂ, 10ਵੀਂ ਵਾਲੀ ਬੁੱਕ ਦੇ ਅਕੋਰਡਿੰਗ ਗੱਲ ਕਰ ਰਿਹਾ ਵੀ ਵਾਰਿਸ਼ਾ ਨੀਗਾ ਕਿਤਾਬ, ਮਤਲਬ ਕਵਿਤਾ ਦਾ ਨਾਮ, ਕਵਿਤਾ ਦਾ ਸਿਰਲੇਖ। ਕਵਿਤਾ ਦਾ ਸਿਰਲੇਖ ਤਾਂ ਹੈ ਅੱਜ ਆਖਾਂ ਵਾਰਿਸ਼ਾ ਨੂੰ। ਦੇਖੋ ਤੁਸੀਂ, ਇਸ ਕਰਕੇ ਆਹ ਤਾਂ ਨਹੀਂ ਬਣਦੀ ਹੈ ਨਾ, ਆ ਵੀ ਨਹੀਂ ਬਣ। ਚਾਨਣ ਦੀ ਫੁਲਕਾਰੀ ਦੇ ਵਿੱਚ ਤਾਂ ਕੁਛ ਨਹੀਂਗਾ, ਚਾਨਣ ਦੀ ਫੁਲਕਾਰੀ ਦੱਸੀ ਹੈ ਬਸ। ਗੁਰੂ ਨਾਨਕ ਨੂੰ ਕਵਿਤਾ ਜਿਹੜੀ ਇਹ ਤੁਹਾਡਾ 1947 ਦੇ ਫਸਾਦਾਂ ਨਾਲ ਸੰਬੰਧਿਤ ਕਵਿਤਾ, ਜਿਹੜੀ ਅੱਜ ਆਖਾਂ ਵਾਰਿਸ਼ਾ ਨੂੰ, ਉਹ ਵੀ 1947 ਦੇ ਫਸਾਦਾਂ ਨਾਲ ਸੰਬੰਧਿਤ ਕਵਿਤਾ, ਪਰ ਉਹਦਾ ਨਾਮ ਨਹੀਂ ਲਿਖਿਆ ਗਿਆ, ਉਹਦਾ ਸਿਰਲੇਖ ਥੋੜ੍ਹਾ ਹੈ। ਵਾਰਿਸ਼ਾ ਉਹਦਾ ਸਿਰਲੇਖ ਨਹੀਂਗਾ, ਹੈ ਨਾ। ਸਮਝ ਗਏ ਕਿ ਨਹੀਂ? ਹੁਣ ਜਿਵੇਂ ਆਹ ਲਿਖਿਆ, ਜਿਵੇਂ ਆਹ ਕੁਛ ਕਿਹਾ ਤਾਂ ਗਜ਼ਲ ਦਾ ਸਿਰਲੇਖ ਤਾਂ ਆਹ ਹੀ ਹੈ, ਕੁਛ ਕਿਹਾ ਤਾਂ। ਦੂਜਾ ਥੋੜ੍ਹਾ ਹਨੇਰਾ ਜਰੇਗਾ ਕਿਵੇਂ, ਜਾਂ ਕੁਛ ਲਿਖ ਕੇ ਛੱਡਤਾ, ਇਹ ਥੋੜ੍ਹਾ ਹੈ ਨਾ। ਇਸ ਤਰ੍ਹਾਂ ਕਰਕੇ ਆਹ ਹੈ ਚਾਨਣ ਦੀ ਫੁਲਕਾਰੀ ਹੈ ਕਵਿਤਾ ਦਾ ਨਾਮ, ਸਿਰਲੇਖ। ਕੋਈ ਚਾਨਣ ਥੋੜ੍ਹਾ ਹੈ ਜਾਂ ਇਕੱਲਾ ਫੁਲਕਾਰੀ ਸ਼ਬਦ ਥੋੜ੍ਹਾ ਦਿੱਤਾ, ਚਾਨਣ ਦੀ ਫੁਲਕਾਰੀ। ਸਿਰਲੇਖ ਵੀ ਯਾਦ ਰੱਖਣੇ ਆ, ਇੱਕ ਗੱਲ ਯਾਦ ਰੱਖਣੀ। ਇਸ ਕਰਕੇ ਗੁਰੂ ਨਾਨਕ ਨੂੰ ਕਵਿਤਾ ਹੈ ਜਿਹੜੀ, ਉਹਦੇ ਵਿੱਚ ਕਵੀ ਹੈ ਜਿਹੜਾ ਉਹ ਕਵੀ ਪ੍ਰੋਫੈਸਰ ਮੋਹਨ ਸਿੰਘ। ਗੁਰੂ ਨਾਨਕ ਦੇਵ ਜੀ ਨੂੰ ਇੱਕ ਮਤਲਬ ਇੱਕ ਸ਼ਿਕਾਇਤ, ਆਪਣਾ ਸ਼ਿਕਵਾ ਜਿਹੜਾ ਗੁਰੂ ਨਾਨਕ ਦੇਵ ਜੀ ਨੂੰ ਪੇਸ਼ ਕਰਦਾ ਤੇ 1947 ਦੇ ਫਸਾਦਾਂ ਨੂੰ ਲੈ ਕੇ ਇਹ ਕਵਿਤਾ ਲਿਖੀ ਗਈ ਹੈ। ਠੀਕ ਹੈ ਬਾਈ। ਅਗਲਾ ਪ੍ਰਸ਼ਨ ਹੈ, ਕੁਛ ਕਿਹਾ ਤਾਂ ਕਵਿਤਾ ਵਿੱਚ ਕਵੀ ਦੀ ਅਵਸਥਾ ਕਿਹੜੀ ਹੈ ਬਾਈ? ਥੁੱਛ ਲਿਖਿਆ, ਥੁੱਛ ਨਹੀਂ ਕੁਛ। ਕੁਛ ਕਿਹਾ ਤਾਂ ਇੱਕ ਗਜ਼ਲ ਰੂਪ ਦੇ ਵਿੱਚ ਲਿਖੀ ਹੈ ਤੇ ਇਹਦੇ ਵਿੱਚ ਕਵੀ ਦੀ ਅਵਸਥਾ ਕਿਹੜੀ ਹੈ? ਅੱਗੇ ਪ੍ਰਸ਼ਨ ਮੈਂ ਪੂਰਾ ਪੜ੍ਹਤਾ ਹੈ, ਹਾਂ ਠੀਕ ਹੈ। ਕਵੀ ਦੀ ਅਵਸਥਾ ਕਿਹੜੀ ਹੈ ਬਾਈ? ਕੀ ਹੈ? ਪਿਆਰ ਵਾਲੀ, ਇਨਸਾਫ ਵਾਲੀ, ਵਿਅੰਗ ਵਾਲੀ, ਦੁਬਿਧਾ ਵਾਲੀ। ਤਾਂ ਇਹਦੇ ਵਿੱਚ ਕਵੀ ਸੁਰਜੀਤ ਪਾਤਰ ਦੁਬਿਧਾ ਦੇ ਵਿੱਚ ਹੈ। ਕਵੀ ਦਾ ਪੈਰ ਦੋਹਾਂ ਬੇੜੀਆਂ ਦੇ ਵਿੱਚ ਹੈ। ਦੁਬਿਧਾ, ਦੁਚਿੱਤੀ ਦੀ ਅਵਸਥਾ ਦੇ ਵਿੱਚ ਹੈ ਵੀ ਮੈਂ ਕਿਸ ਪਾਸੇ ਵੱਲ ਜਾਵਾਂ, ਉਹ ਜਿਹੜੀ ਅਵਸਥਾ ਹੈ ਵੀ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਜੇ ਮੈਂ ਕੁਝ ਕਿਹਾ ਤਾਂ ਜਿਹੜਾ ਨੁਕਸਾਨ ਹੋਊਗਾ ਉਹਨੂੰ ਕਿਵੇਂ ਜਰੇਗਾ, ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ, ਜੇ ਚੁੱਪ ਰਿਹਾ ਮਤਲਬ ਕਹਿਣਾ ਵੀ ਹੈ ਤੇ ਚੁੱਪ ਵੀ ਨਹੀਂ ਰਹਿਣਾ, ਦੋਨੇ ਚੀਜ਼ਾਂ ਹੀ ਹੈ। ਦੇਖੋ ਇਹ ਦੁਬਿਧਾ ਦੀ ਅਵਸਥਾ ਹੈ, ਦੁਬਿਧਾ ਵਾਲੀ ਅਵਸਥਾ ਬਈ ਸਹੀ ਉੱਤਰ ਹੈ ਜਿਹੜਾ ਤੁਹਾਡਾ। ਠੀਕ ਹੈ। ਜ਼ਰਖੇਜ਼ ਦਾ ਅਰਥ ਕੀ ਹੈ? ਇਸ ਜ਼ਰਖੇਜ਼ ਜ਼ਮੀਨ ਦੇ ਲੂ ਲੂ ਫੁੱਟਿਆ ਜ਼ਹਿਰ, ਇਸ ਤਰ੍ਹਾਂ ਕਰਕੇ ਹੀ ਹੈ ਕੁਛ, ਹੈ ਨਾ। ਹਾਂ, ਜ਼ਰਖੇਜ਼ ਦਾ ਕੀ ਅਰਥ ਹੈ? ਜ਼ਹਿਰ ਹੈ, ਵਿਰੋਧੀ ਹੈ, ਉਪਜਾਊ ਹੈ ਜਾਂ ਬੰਜਰ ਹੈ। ਸੋ ਜ਼ਰਖੇਜ਼ ਦਾ ਜਿਹੜਾ ਅਰਥ ਹੈ ਜੀ ਉਹ ਹੈਗਾ ਉਪਜਾਊ। ਉਪਜਾਊ ਜ਼ਮੀਨ ਦੇ ਵਿੱਚ ਜ਼ਹਿਰ ਪੈਦਾ ਹੋ ਗਿਆ, ਇਹੀ ਕਹਿੰਦੀ ਹੈ ਨਾ ਅੰਮ੍ਰਿਤਾ ਪ੍ਰੀਤਮ। ਅੱਜ ਆਖਾਂ ਵਾਰਿਸ਼ਾਹ ਨੂੰ ਕਵਿਤਾ ਵਿੱਚ ਇਹ ਦਿੱਤਾ ਹੋਇਆ। ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਦਾ ਕੇਂਦਰੀ ਸੁਰ ਕੀ ਆ ਬਾਈ? ਦੱਸੋ, ਦੱਖੋ ਨਹੀਂ ਦੱਸੋ।
ठीक है, दखना नहीं है, दसना। हाँ, शिव कुमार बटालवी की रचना का केंद्री सुर पीड़ा, बिरहा, दुख, मौत। सो शिव कुमार बटालवी जी की रचना का केंद्री सुर बिरहा। माए नी माए मेरे गीतां दे नैणा विचों बिरहों दी रड़क पवे। गीत किहने लिखिया? ऐसे ने तो लिखिया भाई साहब ने, शिव कुमार बटालवी। बिरहा मतलब विरह जिन्हों हिंदी च पढ़ते हैं तुसीं, विछोड़ा, विछोड़ा। ठीक है भाई, ये भी याद रखना है। अगला प्रश्न, बुल्ले शाह दा अध्यात्मक गुरु कौन सी? अच्छा, पीर पीरा बगदाद है साडा मुरशद तख्त लाहौर, जिहड़ा लाहौर दे तख्त ते बैठा है। बख्तियार काकी भी दे रखा है। शाह इनायत कादरी, गुलाम मुर्तजा, मुहम्मद दरवेश ते जां बख्तियार काकी। सो ਇਹਦੇ ਵਿੱਚ गुलाम मुर्तजा, मौलवी गुलाम मुर्तजा ਦਾ ਚੇਲਾ ਸੀਗਾ, ਵਾਰਿਸ ਸ਼ਾਹ ਸੀਗਾ शायद मैंने ध्यान नहीं। मुहम्मद दरवेश भी नहीं बनता गा। तो आ जड़ा है तुसी, ओहो आ की बन गया? हाँ, बख्तियार काकी है जड़ा, ये तो बाबे शेख फरीद का गुरु है ना, बाबे शेख फरीद का अध्यात्मक गुरु है ख्वाजा बख्तियार काकी। बुल्ले शाह का जड़ा है शाह इनायत कादरी, कादरी संप्रदाय नाल संबंधित सी, है ना। हाँ, कादरी। बुल्ले नूं समझावणे आईयां भैणां ते भरजाइयां, असां औलाद नबी दी बुल्लिया तू क्यों लीकां लाइयां। मन लिया बुल्लिया साडा कहना, छड़ दे पल्ला राइयां, अराई जात दे सीगे। बुल्ले शाह दा अध्यात्मक गुरु शाह इनायत कादरी सी। ठीक है भाई। अगला प्रश्न 37 नंबर, गुरु रामदास रचित लावां किस राग अधीन दर्ज हैं? श्री गुरु ग्रंथ साहिब जी दे विच गुरु रामदास जी दियां रचित 4 लावां ਜਿਹੜੀਆਂ सिख रहत मर्यादा दे विच जदों विआह दी रस्म हुंदी है, आनंद कारज जिहनूं कहा जांदा है, गुरमुखी च, पंजाबी च, सिखां दी भाषा च कह लो तुसीं, सिख धर्म विच कह लो, तो वह जी होंगी आनंद कारज की रस्म, उस समय जड़ियाँ 4 लावां पढ़िया जांदियां, किस राग दे विच है? रामकली, गौड़ी, माझ, सूही। सो ये तुसीं सही जिहड़ा ध्यान रखना। जिवें तुहानूं दस्सिया सी भी गुरु ग्रंथ साहिब जी दे विच 31 राग है, 31 रागां दे विचों रागां दे नाम है भाई रामकली, गौड़ी, माझ, सूही। इहदे विचों गुरु रामदास रचित जड़ियाँ 4 लावां है वह सूही राग दे विच दर्ज हन। ठीक है भाई। ओंकार बाणी किस गुरु की रचना है? गुरु अमरदास, गुरु रामदास, गुरु नानक देव जी, भाई गुरदास जी। ओंकार, रामकली दखणी ओंकार बाणी का नाम है। रामकली दखणी राग दे विच है, ते ये भाई रामकली दखणी ओंकार है जिहड़ी गुरु नानक देव जी की रचना है। ये भी तुसां ने याद रखना है, तुसां ने याद रखना है। ठीक है भाई। किन्ने प्रश्न हो गए अपने? 38 हो गए। अच्छा, नेड़े ही आप है ना, लै फिर कर ही दिन्ने। ये ओंकार बाणी है जी गुरु नानक देव जी की, जिन्नियां रचनावां दे रखियां गुरुआं दियां, जिहड़े होर कवि लेखक दिते उन्हां दियां रचनावां याद रखनियां। अगला प्रश्न, गुरु नानक देव जी सिमल रुख का उदाहरण दे के किहड़ा नैतिक गुण धारण करन दा उपदेश दिंदे हन? प्रश्न पूरा पढ़ता मैं, फिर पढ़ दिना। गुरु नानक देव जी सिमल रुख का उदाहरण दे के किहड़ा नैतिक गुण धारण करन दा उपदेश दिंदे हन? एक कमेंट रुको, कुछ स्टूडेंट के कमेंट्स देखते हैं एक बार जल्दी जल्दी। हाँ, जी लास्ट क्लास सी यूट्यूब पर कुछ देखते हैं, कोई पूछे ना हो स्टूडेंट ने, वैसे तो मैं देख लेना होना, पर इस तरह जवाब देना अच्छा रहिंदा, क्योंकि मैं बहुत सारे स्टूडेंट देखे हैं जिहड़े की करते इत्थे कमेंट करके मुड़ के भज जाते हैं, मुड़ के नहीं देखते दोबारे भी सर ने कोई रिप्लाई भी किया होना। बहुत दुनिया ते भांत भांत के लोग बैठे है, सारिਆਂ ते ही ध्यान रखना पैंदा है। हाँ, आहा एक ने तो कहा भी थैंक्स सर, लगता तुसी KBC के फैन हो। बिल्कुल, KBC का मैनू वधिया लगता। तो क्या कहना चाहेंगे आप? इस तरह करके जो करता ना अमिताभ बच्चन, तो उदों वधिया लगता मैनू। तो क्या टेंशन में है, एवें जे करके करता जो। एक ने थैंक यू वेरी मच, दिलों धन्यवाद है। मैं कमेंट तुसी आपे पढ़ लेना भी की सीगा। नाइस क्लास, थैंक्स, स्टूडेंट ने सपोर्ट की है। की पढ़ी वाली क्लास का धन्यवाद किया एक स्टूडेंट ने, सर जी इन्होंने प्रश्नों की PDF प्रोवाइड, PDF राजे PDF है जी, ये जड़े है ऐप के स्टूडेंट आ उन्होंने प्रोवाइड करवाई जा रही है। बहुत शानदार जी, थैंक यू थैंक यू थैंक यू वेरी मच, थैंक यू वेरी मच। सर साहित्य के रूप जिमें कविता, गीत, गज़ल, इन्हां विचों क्वेश्चन किवें बनूगा? क्वेश्चन वधिया बनूगा, विचों सोहना जिहा होऊगा प्रश्न बनया होया, ते अखर लिखे होणगे, शब्द लिखे होणगे। कहण दा मतलब की है, देखो हाँ
ਦੱਸਦਾ ਮੈਂ, ਇਹਨਾਂ ਦੀ ਵੀ ਵਾਰੀ ਆ ਜੂਗੀ। ਸਾਹਿਤ ਦੇ ਰੂਪਾਂ ਦੇ ਪ੍ਰਸ਼ਨ ਬਹੁਤ ਸ਼ਾਨਦਾਰ ਬਣਾਏ ਆ ਤੁਸੀਂ ਯਾਰ, ਇਹ ਸਬਰ ਰੱਖੋ ਥੋੜ੍ਹਾ ਜਿਹਾ, ਜਲਦੀ ਆ ਜੂਗਾ ਪ੍ਰਸ਼ਨ। ਕਲਾਸ ਸਰ ਡੇਲੀ ਲੈ ਕੇ ਆਵੋ ਅਤੇ ਤੁਸੀਂ ਜਲਦੀ ਠੀਕ ਹੋ ਜਾਓ। ਮੈਂ ਠੀਕ ਹੈ, ਮੇਰਾ ਥੋੜ੍ਹਾ ਜਿਹਾ ਗਲੇ 'ਚ ਦਿੱਕਤ ਆ ਜਾਂਦੀ ਹੈ ਕਈ ਵਾਰੀ, ਅਤੇ ਉਹ ਮੈਂ ਥੋੜ੍ਹਾ ਜਿਹਾ ਉਹ ਮੈਨੂੰ ਫਿਰ ਇੱਕ ਰਾਹਤ ਇੰਦੌਰੀ ਵਾਲੀ ਉਹ ਸ਼ਾਇਰੀ ਯਾਦ ਆ ਜਾਂਦੀ ਹੈ, ਇਹ ਕਸ਼ਤੀ ਤੇਰਾ ਨਸੀਬ ਚਮਕਦਾਰ ਕਰ ਦਿਆ, ਇਸ ਪਾਰ ਕੇ ਥਪੇੜੋਂ ਨੇ ਉਸ ਪਾਰ ਕਰ ਦਿਆ। ਇਹ ਕਸ਼ਤੀ ਤੇਰਾ ਨਸੀਬ ਚਮਕਦਾਰ ਕਰ दिया, इस पार के थपेड़ों ने उस पार कर दिया। 2 गज ज़मीं ही सही ये मेरी मलकियत तो है, ए मौत तूने मुझे ज़मींदार कर दिया। अगला सुनो शेर, कहता अफवाह थी कि मेरी तबीयत ख़राब है, अफवाह थी कि मेरी तबीयत ख़राब है, लोगों ने पूछ पूछ के बीमार कर दिया। एवें होगी। हाँ सर, ਸਾਹਿਤ ਦੇ ਰੂਪ ਵਿੱਚ ਕੁਐਸਚਨ ਕਿਸ ਤਰ੍ਹਾਂ ਆਉਣਗੇ ਮੈਂ ਦੱਸੂਗਾ ਜ਼ਰੂਰ। ਹਾਂ ਬਿਲਕੁਲ, ਅੱਗੇ ਪ੍ਰਸ਼ਨ ਜਿਹੜੇ ਬਣੇ ਹੋਏ ਆ ਸਾਹਿਤ ਦੇ ਰੂਪ ਦੀ ਵਾਰੀ ਆ ਜਾਣ ਦਿਓ। ਕਲਾਸ ਚੰਗੀ ਹੈ ਬਿਲਕੁਲ। ਹਾਂਜੀ ਇੱਕ ਪ੍ਰਸ਼ਨ ਸਾਹਿਬ ਪੁੱਛਿਆ ਵੀ ਸਰ ਤੁਹਾਡੇ ਛੋਲੇ ਡੁੱਲ ਗਏ ਥੱਲੇ ਡੁੱਲ ਗਏ ਵਿੱਚ ਵਾਕ ਵਿੱਚ ਤੁਹਾਡੇ ਬਹੁਵਚਨ ਬਣ ਰਿਹਾ ਹੈ ਜੀ। ਹਾਂ ਤਾਂ ਫਿਰ ਕੀ ਦਿੱਕਤ ਹੈ, ਵਾਕ ਦੇ ਅਨੁਸਾਰ ਬਣ ਸਕਦਾ ਹੈ, ਕੋਈ ਦਿੱਕਤ ਨਹੀਂ। ਮੈਂ ਕਦੋਂ ਕਹਿਣਾ ਬਣ ਸਕਦਾ ਹੈ, ਪਰ ਵਾਕ ਦੇ ਵਿੱਚ ਵਰਤੋਂ ਕਰਕੇ ਹੈ ਨਾ। ਹਾਂ ਉੱਤਰ ਕੁੰਜੀ ਗਲਤ ਹੈ, ਰੀਟ 2021 ਲੈਵਲ 1 ਲੈਂਗੁਏਜ 2 ਪੇਜ ਨੰਬਰ 241। ਬਈ ਮੈਨੂੰ ਲੱਗਦਾ ਪੁਰਾਣੀ ਬੁੱਕ ਹੈ ਵਿਚਾਰੇ ਕਿਸੇ ਕੋਲੇ, ਇਹ ਸਟੂਡੈਂਟ ਕੋਲੇ। ਤਾਂ ਇਹ ਭਾਈ YouTube 'ਤੇ ਵੀਡੀਓ ਪਈਆਂ, ਦੇਖ ਲਾ, ਜ਼ਿੰਦਗੀ ਦੇ ਨਜ਼ਾਰੇ ਲੈ। ਠੀਕ ਹੈ, ਹਾਂ ਵੀਡੀਓ ਵੇਖ ਲਈ, ਚੰਗਾ ਠੀਕ ਹੈ ਬਈ। ਹਾਂ ਉਸ ਤੋਂ ਬਾਅਦ ਅਗਲਾ ਆਹ ਪ੍ਰਸ਼ਨ ਸੀਗਾ, ਗੁਰੂ ਨਾਨਕ ਦੇਵ ਜੀ ਸਿਮਲ ਰੁੱਖ ਦਾ ਉਦਾਹਰਨ ਦੇ ਕੇ ਕਿਹੜਾ ਨੈਤਿਕ ਗੁਣ ਧਾਰਨ ਕਰਨ ਦਾ ਉਪਦੇਸ਼ ਦਿੰਦੇ ਹਨ? ਸਾਦਗੀ, ਨਿਮਰਤਾ, ਸੱਚਾਈ, ਅਹੰਕਾਰ। ਕਿਹੜਾ ਗੁਣ ਧਾਰਨ ਕਰਨਾ ਬਈ? ਹੰਕਾਰ ਤਾਂ ਨਹੀਂ ਧਾਰਨ ਕਰਨਾ ਹੈ ਨਾ। ਉਹ ਜੀ ਗੁਰੂ ਨਾਨਕ ਦੇਵ ਜੀ ਨੇ ਸਿਮਲ ਦੇ ਰੁੱਖ ਦੀ ਉਦਾਹਰਨ ਦਿੱਤੀ ਹੈ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਸਭ ਕੋ ਨਿਵੈ ਆਪ ਕੋ, ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਈ, ਸਭ ਕੋ ਨਿਵੈ ਆਪ ਕੋ। ਨਿਵਣ ਦੀ ਗੱਲ, ਨਿਮਰਤਾ ਦੀ, ਨਿਰਮਾਣਤਾ ਦੀ ਗੱਲ, ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਈ। ਧਰਤਾ ਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ, अपराधी दूना निवै जो हंता मृगाए, हंता मतलब हत्या करने वाला, सीस नवाया क्या थी है जहाँ हृदय कुसुदे जाहे। जदों हिरदे दे विच गंदगी है फिर भाई किते भी जाके मत्था टेक लो, सिर नवा लो, फिर कुछ नहीं बन सकता। सो ठीक है भी तुसी याद रखना भी 39 का सही उत्तर है जो बी नंबर ऑप्शन है। अविनाशी तो की भाव है भाई? जो कदे नाश ना हो, जो कदे ना टुटे, जो कदे ना मरे, ते जो कदे ना जम्मे। क्या बात है, ये भी एक वधिया पाया है, ये भी दे। हाँ ठीक है, हाँ भी जो कदे ना मरे भी लिखा होया है ना। हाँ देख लो, जो कदे ना मरे तो अमर हुंदा है, अमर अमर अकबर एंथनी अमर हुंदा है, तो है ना। ते जो कदे ना टुटे आ टुट, ते आ जिवें जो कदे ना नाश होवे, अविनाशी नाश तो रहत, अविनाशी नाश तो रहत, नाश तो बिना। सो ठीक है भाई, हो गए क्लीयर है ना प्रश्न अपने। सो ठीक है, ज़्यादा आप इस वीडियो को होर लंबी नहीं करना, जल्दी मिलते हैं अगली जमात लैके। ठीक है जी, जुड़े रहो साडे नाल। ते तुहाडा जिहड़ा ये जिहड़ी भी कोई मान लो कन्फ्यूजन है कोई, उहदे वास्ते तुसीं कमेंट्स वगैरह कर सकते हो। ऐप दे वाले भी मैं जल्दी उन्हां दा भी मतलब स्टूडेंटां दा विचारे वो ऐप दे विच भी कोई प्रश्न जिवें मान लो कोई है, उहदे ते भी मैं अज रात नूं उन्हां नूं पूरा देख लूँगा प्रश्नां नूं, फिर उस हिसाब नाल थ्योरी तैयार कर लूँगा। सो होर भी तुसीं अपना सवाल कितों भी तुसीं कोई मॉडल पेपर लै रखिआ, कोई मान लो क्योंकि आए हुए हैं मार्केट दे विच, तुहानूं लगे कोई कन्फ्यूजन है तुसीं भेज सकते हो। सब अपने ही है, जिहड़े बनाउण वाले आ, जिहड़े कोई बगाने थोड़ा वो भी अपने ही है। ठीक है, सो ठीक है जी, तुसीं भेज दिओ, कन्फ्यूजन मैं दूर कर दूंगा, कोई दिक्कत नहीं, क्योंकि सब आपां नूं जाणदे आ, कोई इहदे विच कोई समस्या वाली गल नहीं। तुहाडा भला होना बड़ा जरूरी है, तुहाडे कोले सही कंटेंट पहुँचाउणा जिहड़ा वो अपनी जिम्मेदारी है, अपनी रिस्पोंसिबिलिटी है, रिस्पोंसिबिलिटी निभाउंदे रहांगे जी। सत श्री अकाल।